ਬਾਦਲ ਨੂੰ ਸਿੱਖਾਂ ਨੇ ਲੋਕ ਸਭਾ ਜਿਤਾਈ, ਇਹਨੇ ਉੱਥੇ ਆਪਣੇ ਮਿਨਿਸਟਰ ਬਣਾਇਆ, ਪੁੱਤਰ ਤੇ ਨੂੰਹ ਨੂੰ। ਇਹਨੂੰ ਵਿਧਾਨ ਸਭਾ ਜਿਤਾਈ, ਇਹ ਆਪ ਮਿਨਿਸਟਰ ਬਣਿਆ, ਭਤੀਜੇ ਬਣੇ, ਪੁੱਤਰ ਬਣਿਆ, ਸਾਲੇ ਬਣੇ ਉਹਦੇ। ਇਹਨਾਂ ਨੇ ਹੰਡਾਈਆਂ, ਲੇਕਿਨ ਇਹਨਾਂ ਨੇ ਕਦੀ ਵੀ ਕਿਸੇ ਸਿੱਖ ਬੱਚੇ ਨੂੰ ਛਡਾਇਆ ਨਹੀਂ ਜਾਂ ਛਡਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਜੇ ਸਮੇਤ ਸੈਣੀ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਮੇਨ ਗਵਾਹ ਸੀ, ਆਯੂ ਸੀ ਜਿਹੜਾ ਕਰਪਸ਼ਨ ਕੇਸ ਦਾ, ਉਹਨੂੰ ਇਹਨੇ ਸੈੱਟ ਕਰਕੇ ਤੇ ਉਹਨੂੰ ਮੁਕਰਾਇਆ ਅਦਾਲਤ ਦੇ ਅੱਗੇ। ਉਹ ਬਾਦਲ ਦਾ ਬਹੁਤ ਵੱਡਾ ਭਲਾ ਹੋਣ ਕਰਕੇ ਬਾਦਲ ਨੇ ਖੁਸ਼ ਹੋ ਕੇ ਉਹਨੂੰ ਡੀਜੀਪੀ ਬਣਾਇਆ। ਸੈਣੀ ਤੋਂ ਬਿਨਾਂ ਅਜ਼ਹਾਰ ਆਲਮ ਸੀ ਜਿਹੜਾ ਅਕਤੂਬਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ 86 'ਚ, ਉੱਥੇ ਉਹਨੇ 4 ਸਿੱਖ ਗੋਲੀ ਨਾਲ ਮਾਰੇ। ਉਹਦੀ ਜਿਹੜੀ ਤਫਤੀਸ਼ ਸੀ ਉਹ ਮੁਕੰਮਲ ਹੋਣ ਦੇ ਬਾਵਜੂਦ ਜੀ ਬਾਦਲ ਨੇ ਉਹਦਾ ਕੁਝ ਸਿੱਟਾ ਨਹੀਂ ਕੱਢਿਆ। ਉਹਨੂੰ ਕਿਸੇ ਸਜ਼ਾ ਤੇ ਕੀ ਦੇਣੀ ਆ, ਉਹਨੂੰ ਬਲਕਿ ਉਹਦੀ ਵਾਈਫ ਨੂੰ ਕੈਬਨਿਟ ਮਿਨਿਸਟਰ ਬਣਾਇਆ। ਜੇ ਭਿਓਰਾ ਦੇ ਤਾਰਾ ਜਿਹੜੇ ਨੇ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਕੀਲਾਂ ਨੇ ਥੋੜਾ ਵੱਖ ਹੋ ਕੇ ਜਿਹੜਾ ਕੋਸ਼ਿਸ਼ ਕੀਤੀ ਸੀਗੀ, ਵੱਖ ਹੋ ਕੇ ਕਿ ਉਹਨਾਂ ਨੇ ਆਪਣੀ ਉਹ ਕੀਤੀ ਹੈ, ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕੁਝ ਇਦਾਂ ਦਾ ਜਤਾਇਆ ਕਿ ਜਿਹੜੀ 23 ਮੈਂਬਰੀ ਕਮੇਟੀ ਕੌਣ ਹੈਗੀ, ਉਹਨਾਂ ਨੇ ਵੀ ਕੁਝ ਐਵੇਂ ਦੀਆਂ ਗੱਲਾਂ ਜਤਾਈਆਂ। 328 ਸਰੂਪ ਨੇ ਇਹ ਨਰੋਲ ਪ੍ਰਬੰਧਕ ਕਮੇਟੀ ਦੇ ਅਦਾਰੇ ਚੋਂ ਗਏ ਨੇ ਜੀ। ਕਿਸ ਆਈਡੀ ਤੇ ਗਏ ਨੇ ਉਹ ਆਈਡੀ ਨਹੀਂ ਦੱਸ ਪਾ ਰਹੀ ਪ੍ਰਬੰਧਕ ਕਮੇਟੀ। ਹੋਰ ਜਵਾਬ ਦੇ ਰਹੀ ਆ, ਕਿਤੇ ਪੈਸਿਆਂ ਦੀ ਮਿਸਟੇਕ ਆ, ਕਲੈਰੀਕਲ ਜੋਬ ਆ, ਇਹ ਉਹਨਾਂ ਦਾ ਜਥੇਦਾਰ ਵੀ ਝੂਠ ਬੋਲੀ ਜਾਂਦਾ ਤੇ ਬੁਲਵਾਈ ਜਾ ਰਹੇ ਨੇ। ਉਹਦੇ ਲਈ ਜ਼ਿੰਮੇਵਾਰ ਪ੍ਰਬੰਧਕ ਕਮੇਟੀ ਆ, ਨਾ ਕਿ ਸਾਡੀ ਕੋਈ ਸੈਂਟਰ ਦੀ ਜਾਂ ਪੰਜਾਬ ਦੀ ਸਰਕਾਰ। ਅਸੀਂ ਜਿੰਨਾ ਪ੍ਰਭਾਵ ਪਾਉਣਾ ਚਾਹੀਦਾ ਪ੍ਰਬੰਧਕ ਕਮੇਟੀ ਤੇ ਸਾਨੂੰ ਪਾਉਣਾ ਚਾਹੀਦਾ ਕਿ ਇਹਦੇ ਲਈ ਜਵਾਬ ਦੇ ਆ ਉਹ ਆ, ਕਿਉਂਕਿ ਇੱਕ ਉਹ ਸਰਕਾਰ ਆ, ਸਾਡੀ ਮਿਨੀ ਸਰਕਾਰ ਆ। ਕਾਂਗਰਸੀ ਹੋਣ ਕਿ ਆਪੋਜੀਸ਼ਨ ਲੀਡਰ DMK ਹੋਣ ਕਿ ਇਹ ਇਹਨਾਂ ਦੀ ਆਪਣੀ ਪਾਰਟੀ, ਉਹ ਸਾਰਿਆਂ ਨੇ ਯੂਨੀਵਰਸਲ ਐਨ ਆਮ ਸਹਿਮਤੀ ਨਾਲ ਸਾਈਨ ਕੀਤੇ। ਉਹ ਸਾਈਨ ਜਿਹੜੇ ਸੀ ਕਰਨ ਤੋਂ ਬਾਅਦ ਉਹਨੂੰ ਹੁਕਮ ਦਿੱਤਾ ਛੱਡ ਦਿਓ, ਪਰ ਸਟੇ ਲੈ ਲਿਆ ਸੈਂਟਰ ਸਰਕਾਰ ਨੇ। ਸਟੇ ਦੇ ਬਾਵਜੂਦ ਅੱਜ ਜਦੋਂ ਫੈਸਲਾ ਹੋਇਆ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦਿੱਤਾ। ਸਾਡੀ ਅਸੈਂਬਲੀ ਦੇ ਵਿੱਚ ਇਹੋ ਜਿਹਾ ਮਤਾ ਪਾਸ ਕਿਉਂ ਨਹੀਂ ਹੋਇਆ? ਕੋਈ ਕਤਲ ਵੀ ਕੀਤੇ ਨੇ ਤੇ ਜਿੰਨੇ ਜਿਹੜੀਆਂ ਨੇ ਉਹ ਜ਼ਬਰ ਜਨਾਹ ਵੀ ਕੀਤਾ ਹੈਗਾ ਸਾਧੀਆਂ ਦਾ, ਔਰ ਉਹ ਲੰਮੀ ਸਜ਼ਾ ਉਹਨੂੰ ਮਿਲੀ ਹੈ। ਹਾਂਜੀ, ਤੇ ਬਾਵਜੂਦ ਉਸ ਦੇ ਉਹ ਜੇ ਬਾਹਰ ਆ ਸਕਦਾ ਪੈਰੋਲ ਤੇ, ਔਰ ਉਹਨਾਂ ਕਾਤਲਾਂ ਨੂੰ ਛੱਡਿਆ ਜਾ ਸਕਦਾ, ਰਜੀਵ ਦੇ ਕਾਤਲਾਂ ਨੂੰ, ਤੇ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ? ਸਾਡਾ ਪੱਖ ਕੌਣ ਲਊਗਾ ਵਿਧਾਨ ਸਭਾ 'ਚ? ਅੱਜ ਵਿਧਾਨ ਸਭਾ ਦੇ ਵਿੱਚ ਕਿਹੜਾ MLA ਜਿਹੜਾ ਸਾਡਾ ਪੱਖ ਲੈ ਕੇ ਉਹ 'ਚ ਨਾਅਰਾ ਬੁਲੰਦ ਕਰੇ ਕਿ ਇਹਨਾਂ ਕੈਦੀਆਂ ਲਈ ਇਹ ਹੋਣਾ ਚਾਹੀਦਾ? ਜੇ ਅਸਰ ਪੈਣਾ ਸੈਂਟਰ ਸਰਕਾਰ ਤੇ ਚੁਣੇ ਹੋਏ ਨੁਮਾਇੰਦਿਆਂ ਦਾ, ਖਾਸ ਕਰਕੇ ਵਿਧਾਨ ਸਭਾ ਦਾ, ਖਾਸ ਕਰਕੇ ਪ੍ਰਬੰਧਕ ਕਮੇਟੀ ਦਾ ਪੈਣਾ। ਰਾਮ ਰਹੀਮ ਨੂੰ ਜਿਸ ਦਿਨ ਸਜ਼ਾ ਦੇਣੀ ਸੀ, ਤੁਹਾਨੂੰ ਯਾਦ ਹੋਊਗਾ, ਲੱਖ ਬੰਦਾ ਆ ਕੇ ਬੈਠ ਗਿਆ ਪੰਚਕੂਲਾ ਕੋਰਟ। ਜੱਜ ਚਾਹੁੰਦਾ ਤੇ ਉਹਨੂੰ 1 ਮਹੀਨੇ ਦੀ ਤਰੀਕ ਅੱਗੇ ਦੇ ਕੇ ਇਸ ਹੁਕਮ ਦੀ ਤੇ ਉਹਨੂੰ ਟਾਲ ਸਕਦਾ ਸੀ। ਸਾਡਾ ਚੀਫ ਮਿਨਿਸਟਰ ਆ, ਉਹਦੇ ਲਈ ਇੱਕ ਯਾਦ ਪੱਤਰ ਦੇਵੇ, ਉਹਨੂੰ ਇੱਕ ਮੈਮੋਰੈਂਡਮ ਦੇਵੇ ਕਿ ਫਲਾਂ ਕੈਦੀ ਸਾਡੀ ਸਟੇਟ ਦੇ ਬੱਚੇ ਨੇ, ਅਸੀਂ ਸਾਡੀਆਂ ਏਜੰਸੀਆਂ ਅਸੀਂ ਇਹ ਲਾ ਚੁੱਕੇ, ਪਤਾ ਕਰ ਚੁੱਕੇ ਕਿ ਬਿਲਕੁਲ ਠੀਕ ਤਰੀਕੇ ਨਾਲ ਰਹਿ ਰਹੇ ਆ, ਇਹਨਾਂ ਦੇ ਬਾਹਰ ਆਉਣ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਹਨਾਂ ਨੂੰ ਛੱਡ ਦਿੱਤਾ ਜਾਵੇ। ਉਹਦੇ ਨਾਲ ਸਹਿਮਤ ਹੋ ਕੇ ਸੈਂਟਰ ਸਰਕਾਰ ਵੀ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰੇ ਤਾਂ ਉਹ ਰਾਸ਼ਟਰਪਤੀ ਨੂੰ ਲਿਖੇ ਤੇ ਅਗਲੇ ਦਿਨ ਛੁੱਟ ਸਕਦੇ। ਕੋਈ ਵੀ ਸਜ਼ਾ ਹੋਵੇ, ਫਾਈਨਲ ਹੋ ਜਾਵੇ ਸੁਪਰੀਮ ਕੋਰਟ ਤੋਂ ਵੀ ਇਹਨੂੰ ਇਹ ਸਜ਼ਾ, ਫਾਂਸੀ ਦੀ ਸਜ਼ਾ, ਤਾਂ ਰਾਸ਼ਟਰਪਤੀ ਛੱਡ ਸਕਦਾ। ਬਾਦਲ ਨੂੰ ਜਿਹੜੀ ਅਸੈਂਬਲੀ ਦਿੱਤੀ ਸੀ, ਤਾਕਤ ਦਿੱਤੀ ਸੀ, ਉਹ ਪੰਜਾਬ ਦੇ ਲੋਕਾਂ ਨੇ ਦਿੱਤੀ ਤੇ ਪੰਜਾਬ ਦੇ ਲੋਕਾਂ ਦੀ ਦਿੱਤੀ ਤਾਕਤ ਨਾ ਇਹਨੇ ਲੋਕ ਸਭਾ ਨਾ ਇਹਨੇ ਵਿਧਾਨ ਸਭਾ ਕਦੀ ਵਰਤੀ ਨਹੀਂ। ਜਿਹੜੀ ਪ੍ਰਬੰਧਕ ਕਮੇਟੀ ਉਹ 'ਚ ਸੱਪ ਬਣ ਕੇ ਲਪੇਟ ਕੇ ਅੱਜ ਨੂੰ ਬੈਠਾ ਪਿਆ ਸੰਗਲ ਮਾਰ ਕੇ। ਜਿਹੜੀ ਸਿੱਟ ਬਣੀ ਸੀਗੀ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਸੀਗੇ, ਅੱਜ ਹੁਣ ਉਹ ਆਮ ਪਾਰਟੀ ਦੇ MLA ਨੇ, ਵਿਧਾਇਕ ਨੇ, ਉਹ ਲਗਾਤਾਰ ਇਸ ਤੇ ਜਿਹੜਾ ਆਪਣਾ ਆਵਾਜ਼ ਗਾਏ ਬਗਾਏ ਬੁਲੰਦ ਕਰਦੇ ਹੁਣ ਵੀ ਮੋਰਚੇ 'ਚ ਜਾ ਕੇ ਆਏ ਨੇ। ਤੁਸੀਂ ਇਹ ਸਾਰੀ ਸਥਿਤੀ ਨੂੰ ਕਿਵੇਂ ਪੜ੍ਹ ਰਹੇ, ਦੇਖ ਰਹੇ? ਜਦੋਂ ਸਿੱਟ ਬਣੀ, ਕਮਿਸ਼ਨ ਬਣਿਆ, ਕਮਿਸ਼ਨ ਨੇ ਕਮੇਟੀ ਨੂੰ ਕਿਹਾ ਕਿ ਸਾਨੂੰ ਆਹ ਡਾਕੂਮੈਂਟ ਦਿਓ। ਕਮੇਟੀ ਕਹਿੰਦੀ ਨਾ, ਸਾਡੇ ਐਗਜ਼ੈਕਟਿਵ ਨੇ ਪਾਸ ਕਰ ਦਿੱਤਾ, ਸਾਡਾ ਪ੍ਰਧਾਨ ਤੇ ਕਿਸੇ ਜੱਜ ਅੱਗੇ ਪੇਸ਼ ਹੀ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੋਵੇ, ਉਹਦੀ ਪਵਿੱਤਰਤਾ ਨਾਲ ਸੰਬੰਧਿਤ ਹੋਵੇ, ਫਿਰ ਪ੍ਰਧਾਨ ਕਹੇ ਕਿ ਪੇਸ਼ ਨੇ। ਗੁਰੂ ਗ੍ਰੰਥ ਸਾਹਿਬ ਵੱਡਾ ਜਾਂ ਪ੍ਰਧਾਨ ਵੱਡਾ?
ਮੈਂ ਤੁਹਾਨੂੰ ਹਕੀਕਤ ਦੱਸਦਾ ਹਾਂ ਕਿ ਜਿਹੜਾ ਕੇਰ ਸਿੰਘ ਸੀਗਾ, ਇਹਨੇ ਅੰਮ੍ਰਿਤਪਾਨ ਕੀਤਾ। ਇਹਦੇ ਅੰਮ੍ਰਿਤਪਾਨ ਕਰਨ ਦੇ ਪ੍ਰੂਫ ਵਜੋਂ 5 ਪਿਆਰਿਆਂ ਨੇ ਗਵਾਹੀ ਦਿੱਤੀ ਕੋਰਟ ਦੇ ਵਿੱਚ ਜਾ ਕੇ, ਤਾਂ ਉਹ ਫਾਂਸੀ ਲੱਗਾ। ਇਹ ਫਾਂਸੀ ਲਵਾ ਸਕਦੇ ਸਿੱਖ ਨੂੰ? ਇਹ ਡਾਕੂਮੈਂਟ ਨਹੀਂ ਦੇ ਸਕਦੇ। ਕੋਈ ਡਾਕੂਮੈਂਟ ਕਮਿਸ਼ਨ ਨੂੰ, ਪ੍ਰਬੰਧਕ ਕਮੇਟੀ ਨੇ, ਅਕਾਲ ਤਖਤ ਦੇ ਗ੍ਰੰਥੀ ਨੇ ਨਹੀਂ ਦਿੱਤੇ। ਇਹ ਬੜੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਸਾਡੀ ਕਮੇਟੀ ਨੇ ਸਾਡੀ ਤਾਕਤ ਲੈ ਕੇ ਸਾਡੇ ਖਿਲਾਫ ਹੀ ਇਸਤੇਮਾਲ ਕੀਤੀਆਂ। ਮੇਰਾ ਰੋਣਾ ਉਹੀ ਆ ਕਿ ਤੁਸੀਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੂੰ ਕਿਉਂ ਬਾਦਲ ਦੇ ਰਹਿਮ ਤੇ ਛੱਡਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਅਨਕਟ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰ ਵਾਰ ਜਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ, ਉਸੇ ਤਰੀਕੇ ਦੇ ਨਾਲ ਅੱਜ ਅਸੀਂ ਭਾਈ ਰਣਜੀਤ ਸਿੰਘ ਜਿਹੜੇ ਹੈਗੇ ਨੇ, ਜਥੇਦਾਰ ਰਣਜੀਤ ਸਿੰਘ, ਉਹਨਾਂ ਕੋਲ ਆਏ ਹਾਂ। ਸਾਬਕਾ ਜਥੇਦਾਰ ਰਹਿ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ। ਉਹਨਾਂ ਦੇ ਕੋਲ ਅੱਜ ਅਸੀਂ ਆਏ ਹਾਂ। ਹੁਣ ਉਹ ਪ੍ਰਧਾਨ ਨੇ ਪੰਥਕ ਅਕਾਲੀ ਲਹਿਰ ਦੇ। ਉਹ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈ ਕੋਸ਼ਿਸ਼ਾਂ ਕਰ ਰਹੇ ਨੇ ਪੰਥ ਜਾਂ ਜਿਹੜੀ ਸਿੱਖ ਨੁਹਾਰ ਨੂੰ ਬਦਲਣ ਦੀ, ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਐਡ ਕਰਨ ਦੀ। ਅੱਜ ਉਹ ਸਾਡੇ ਮਹਿਮਾਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਪਹਿਲੇ ਤਾਂ ਆਪਾਂ ਜਿਹੜਾ ਲੇਟੈਸਟ ਗੱਲ ਹੈਗੀ ਹੈ ਇਸ ਟਾਈਮ, ਉਹਦੇ ਤੋਂ ਹੀ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ ਜੀ। ਚੰਡੀਗੜ੍ਹ ਤੇ ਮੋਹਾਲੀ ਦੀ ਜਿਹੜੇ ਬਾਰਡਰ ਹੈਗਾ, ਉਸ ਤੇ ਇੱਕ ਮੋਰਚਾ ਲੱਗਿਆ ਹੋਇਆ, ਤੁਹਾਡੇ ਵੀ ਧਿਆਨ 'ਚ ਹੈਗਾ ਬਿਲਕੁਲ ਜੀ। ਤੇ ਉਹਦੇ ਵਿੱਚ ਕੁਝ ਕੁ ਮੰਗਾਂ, 4 ਖਾਸ ਮੰਗਾਂ ਜਿਹੜੀਆਂ ਉਹ ਲੈ ਕੇ ਬੈਠੇ ਨੇ। ਉਹਦੇ ਬਾਅਦ ਜਿਹੜਾ ਹੈਗਾ ਕਾਫੀ ਕੁਛ ਜਿਹੜਾ ਮੋਰਚਾ ਜਦੋਂ ਦਾ ਲੱਗਿਆ 7 ਜਨਵਰੀ ਤੋਂ, ਉਹਦੇ ਬਾਅਦ ਬਹੁਤ ਸਾਰੇ ਉੱਥੇ ਬੁਲਾਰੇ ਆ ਰਹੇ ਨੇ, ਇਕੱਠ ਹੋ ਰਿਹਾ, ਆ ਰਹੇ ਨੇ, ਜਾ ਰਹੇ ਨੇ। ਤੁਹਾਡਾ ਕੀ ਵਿਚਾਰ ਹੈ ਇਹਨੂੰ ਲੈ ਕੇ? ਦੇਖੋ ਜੀ, ਵਿਚਾਰ ਤੇ ਤਾਂ ਬਣਦੀ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਬਣਾਉਣੀ ਹੋਵੇ ਜਾਂ ਕੋਈ ਤੁਸੀਂ ਮੋਰਚਾ ਲਾਉਣਾ ਹੋਵੇ ਤੇ ਉਹਦੇ ਲਈ ਵਿਆਪਕ ਡਿਸਕਸ ਹੋਵੇ ਕੀ ਕਿਸ ਤਰ੍ਹਾਂ ਹੋ ਸਕਦਾ, ਇਹਦੀ ਜਾਣਕਾਰੀ ਹੋਵੇ ਜੀ, ਸਾਨੂੰ ਤਸੱਲੀ ਹੋਵੇ ਕਿ ਅਸੀਂ ਜੋ ਕੁਝ ਕਰਨ ਜਾ ਰਹੇ ਹਾਂ ਇਹਦਾ ਸਿੱਟਾ ਨਿਕਲੂਗਾ। ਇਹਦੀ ਜਵਾਬਦੇਹੀ ਹੁੰਦੀ ਆ, ਕਿਉਂਕਿ ਜਿਹੜੇ ਪਿੱਛੇ ਮੋਰਚੇ ਲੱਗ ਚੁੱਕੇ ਚ ਉਹਨਾਂ 'ਚ ਬੜਾ ਮਾੜਾ ਪ੍ਰਭਾਵ ਮਿਲਿਆ ਜੀ। ਤੋ ਅਸੀਂ ਇਹ ਜੋ ਕੁਛ ਦੇਖਿਆ ਅਜੇ ਤੱਕ ਸਾਡੇ ਨਾਲ ਕੋਈ ਡਿਸਕਸ ਨਹੀਂ ਹੋਈ। ਹਾਲਾਂਕਿ ਮੇਰੇ ਵਰਗੇ ਤਕਰੀਬਨ ਦਰਜਨ ਦੇ ਕਰੀਬ ਸਿੱਖ ਨੇ ਜਿਹੜੇ ਦਇਆ ਸਿੰਘ ਲਾਹੌਰੀਆ ਵਰਗੇ, ਰਣਜੀਤ ਸਿੰਘ ਕੁੱਕੀ ਗਿੱਲ ਵਰਗੇ, ਭਾਈ ਦਲਜੀਤ ਸਿੰਘ ਵਰਗੇ, ਜਿਹੜੇ ਉਹ ਉਮਰ ਕੈਦਾਂ ਕੱਟ ਕੇ ਬਾਹਰ ਆਏ ਨੇ ਜੀ। ਤੋ ਸਾਡੇ ਕੋਲ ਵੀ ਇੱਕ ਤਜਰਬਾ ਆ। ਇੱਕ ਅਸੀਂ ਇਸ ਨੂੰ ਪਿੰਡੇ ਤੇ ਹਟਾਇਆ ਦੂਸਰੀਆਂ ਜੇਲ੍ਹਾਂ 'ਚ, ਦਿੱਲੀ ਦੀਆਂ ਜੇਲ੍ਹਾਂ 'ਚ, ਤੇ ਉਹਦੇ ਬਾਵਜੂਦ ਵੀ ਸਾਡੇ ਨਾਲ ਕਿਸੇ ਨੇ ਡਿਸਕਸ ਨਹੀਂ ਕੀਤੀ, ਸਾਨੂੰ ਕਿਸੇ ਨੇ ਜਾਣਕਾਰੀ ਨਹੀਂ ਦਿੱਤੀ। ਹਾਂ, ਇਹ ਅੱਜ ਜਦੋਂ ਮੋਰਚਾ ਲੱਗ ਗਿਆ ਉਦੋਂ ਇਹ ਪ੍ਰਭਾਵ ਜ਼ਰੂਰ ਆਏਗਾ, ਤੁਸੀਂ ਕਿਉਂ ਨਹੀਂ ਆ ਰਹੇ, ਤੁਸੀਂ ਕਿਉਂ ਨਹੀਂ ਆ ਰਹੇ। ਤਾਂ ਅਸੀਂ ਉੱਥੇ ਜਾ ਕੇ ਕੀ ਕਰਾਂਗੇ, ਜਦੋਂ ਸਾਨੂੰ ਕਿਸੇ ਗੰਭੀਰਤਾ ਨਾਲ ਕਿਸੇ ਵੀ ਕੇਸ ਬਾਰੇ ਕੋਈ ਸਟੱਡੀ ਨਹੀਂ, ਕੋਈ ਜਾਣਕਾਰੀ ਨਹੀਂ, ਅਸੀਂ ਕਰਨਾ ਕੀ ਆ, ਕਰਨ ਕੀ ਜਾ ਰਹੇ ਹਾਂ, ਸੰਗਤ ਨੂੰ ਅਸੀਂ ਬੁਲਾਉਣਾ ਆ, ਉਹਨੂੰ ਡੀਲ ਕੌਣ ਕਰੂਗਾ, ਸਾਡਾ ਲੀਡਰ ਕਿਹੜਾ ਆ, ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਨਾਂ ਕੀ ਨੇ, ਉਹਨਾਂ ਦੀ ਬੈਕਗਰਾਊਂਡ ਕੀ ਆ, ਇਹਦੇ ਬਾਰੇ ਮੈਨੂੰ ਗਿਆਨ ਨਹੀਂ ਜੀ। ਤਾਂ ਅਸੀਂ ਇਸ ਕਰਕੇ ਫਿਰ ਅਸੀਂ ਵਿਰੋਧ ਵੀ ਨਹੀਂ ਕਰਦੇ, ਤੇ ਅਸੀਂ ਸਾਡੇ ਜਿੰਨੇ ਵੀ ਸਮਰਥਕ ਨੇ ਅਸੀਂ ਉਹਨੂੰ ਕਿਸੇ ਨੂੰ ਨਹੀਂ ਰੋਕਿਆ। ਅਸੀਂ ਇਹੀ ਕਹਿੰਦੇ ਕਿ ਤੁਸੀਂ ਜਾਓ ਜੀ। ਜੇ ਉੱਥੇ ਗੱਲ ਕਰੀਏ ਤਾਂ 4 ਜਿਹੜੇ ਮੁੱਖ ਤੌਰ ਤੇ ਵੈਸੇ ਉਹ ਲੈ ਕੇ ਬੈਠੇ ਨੇ, ਜਿਹੜਾ ਉਹ ਕਹਿ ਰਹੇ ਨੇ, ਇੱਕ ਤਾਂ 328 ਜਿਹੜੇ ਲਾਪਤਾ ਹੋਏ ਸਰੂਪ, ਉਹਨਾਂ ਦੀ ਗੱਲ ਉੱਥੇ ਉਹਨਾਂ ਨੇ ਮੁੱਦਾ ਇੱਕ ਰੱਖਿਆ। ਦੂਜੇ ਪਾਸੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ 9 ਦੇ ਨਾਮ ਜਿਹੜੇ ਨੇ ਉਹ ਲੈ ਕੇ ਤੁਰੇ ਹੋਏ ਨੇ। ਬਾਕੀ ਬਾਈਬਲ ਕਲਾਂ ਗੋਲੀकांड ਦੀ ਗੱਲ ਉੱਥੇ ਜਿਹੜੀ ਹੋਈ ਹੈ, ਤੇ ਬੇਅਦਬੀ ਜਿਹੜੇ ਹੈਗੇ ਨੇ ਹੋਈਆਂ ਨੇ ਉਹਨਾਂ ਦੀ, ਇਹ 4 ਜਿਹੜੇ ਮੁੱਦੇ ਨੇ ਉਸ ਨੂੰ ਲੈ ਕੇ ਬੈਠੇ ਹੋਏ ਨੇ ਬੇਸਿਕ ਤੌਰ ਤੇ ਉਹਨਾਂ ਦਾ ਕਹਿਣਾ ਹੈ ਵੀ ਪਿੱਛੇ ਜੇ ਕੁਝ ਗੱਲਾਂ ਵੀ ਹੋਈਆਂ, ਕਿਉਂਕਿ ਜੇ ਭਿਓਰਾ ਤੇ ਤਾਰਾ ਜਿਹੜੇ ਨੇ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਕੀਲਾਂ ਨੇ ਥੋੜਾ ਵੱਖ ਹੋ ਕੇ ਜਿਹੜਾ ਕੋਸ਼ਿਸ਼ ਕੀਤੀ ਸੀਗੀ, ਵੱਖ ਹੋ ਕੇ ਕਿ ਉਹਨਾਂ ਨੇ ਆਪਣੀ ਉਹ ਕੀਤੀ ਹੈ, ਇੱਕ ਪ੍ਰੈਸ ਕਾਨਫਰੰਸ ਕੀਤੀ, ਤੇ ਉਹਨਾਂ ਨੇ ਕੁਝ ਇਦਾਂ ਦਾ ਜਤਾਇਆ ਕਿ ਜਿਹੜੀ 23 ਮੈਂਬਰੀ ਕਮੇਟੀ ਕੌਣ ਹੈਗੀ, ਉਹਨਾਂ ਨੇ ਵੀ ਕੁਝ ਐਵੇਂ ਦੀਆਂ ਗੱਲਾਂ ਜਤਾਈਆਂ। ਤੇ ਹੁਣ ਇਹ ਜਿਹੜੇ 4 ਮੁੱਦੇ ਨੇ, ਇਹ ਤਾਂ ਕੀ ਇਹਨਾਂ ਬਾਰੇ ਕਿਸ ਤਰ੍ਹਾਂ ਕਹੋਗੇ ਤੁਸੀਂ? ਇੱਕ ਤਾਂ ਜਿਹੜਾ 328 ਸਰੂਪ ਨੇ
ਇਹ ਨਰੋਲ ਪ੍ਰਬੰਧਕ ਕਮੇਟੀ ਦੇ ਅਦਾਰੇ ਚੋਂ ਗਏ ਨੇ ਜੀ। ਕਿਸ ਆਈਡੀ ਤੇ ਗਏ ਨੇ ਉਹ ਆਈਡੀ ਨਹੀਂ ਦੱਸ ਪਾ ਰਹੀ ਪ੍ਰਬੰਧਕ ਕਮੇਟੀ। ਹੋਰ ਜਵਾਬ ਦੇ ਰਹੀ ਆ, ਕਿਤੇ ਪੈਸਿਆਂ ਦੀ ਮਿਸਟੇਕ ਆ, ਕਲੈਰੀਕਲ ਜੋਬ ਆ, ਇਹ ਉਹਨਾਂ ਦਾ ਜਥੇਦਾਰ ਵੀ ਝੂਠ ਬੋਲੀ ਜਾਂਦਾ ਤੇ ਬੁਲਵਾਈ ਜਾ ਰਹੇ ਨੇ ਉਹ। ਲੇਕਿਨ ਗੱਲ ਇਹ ਨਹੀਂ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਅਦਾਰੇ ਚੋਂ ਇਹ ਸਰੂਪ ਕਿਸ ਆਈਡੀ ਤੇ ਭੇਜੇ ਗਏ, ਉਹ ਆਈਡੀ ਹੈ ਨਹੀਂ ਜੀ। ਉਹਦੇ ਲਈ ਜ਼ਿੰਮੇਵਾਰ ਪ੍ਰਬੰਧਕ ਕਮੇਟੀ ਆ, ਨਾ ਕਿ ਸਾਡੀ ਕੋਈ ਸੈਂਟਰ ਦੀ ਜਾਂ ਪੰਜਾਬ ਦੀ ਸਰਕਾਰ। ਅਸੀਂ ਜਿੰਨਾ ਪ੍ਰਭਾਵ ਪਾਉਣਾ ਚਾਹੀਦਾ ਪ੍ਰਬੰਧਕ ਕਮੇਟੀ ਤੇ ਸਾਨੂੰ ਪਾਉਣਾ ਚਾਹੀਦਾ ਕਿ ਇਹਦੇ ਲਈ ਜਵਾਬਦੇਹ ਆ ਉਹ ਆ, ਕਿਉਂਕਿ ਇੱਕ ਉਹ ਸਰਕਾਰ ਆ, ਸਾਡੀ ਮਿਨੀ ਸਰਕਾਰ ਆ, ਸੋ ਉਹਦਾ ਬਹੁਤ ਵੱਡਾ ਬਜਟ ਆ। ਅਸੀਂ ਨਰੋਲ ਇੱਕ ਕੋਈ ਕਾਰਜ ਸਾਡਾ ਸੁਹਿਰਦ ਕਾਰਜ ਆ ਤੇ ਇਹੀ ਆ ਗੁਰੂ ਗ੍ਰੰਥ ਸਾਹਿਬ ਦੀ ਛਪਾਈ, ਉਹਨੂੰ ਠੀਕ ਥਾਂ ਤੇ ਸਰੂਪ ਜਾਵੇ, ਉਹਦੀ ਆਈਡੀ ਹੋਵੇ, ਉਹਦੀ ਗਰੰਟੀ ਹੋਵੇ ਉਹ ਕਿੱਥੇ ਜਾ ਰਿਹਾ। ਤੇ ਏਡੀ ਵੱਡੀ ਮਾਤਰਾ ਦੇ ਵਿੱਚ 328 ਸਰੂਪ ਜਿਹੜੇ ਉਹ ਗਾਇਬ ਹੋਣ ਤੇ ਜਦੋਂ ਦੂਸਰਾ ਮੈਨੇਜਰ ਉਹਦਾ ਚਾਰਜ ਲਵੇ ਉਹ ਕਹੇ ਪੂਰੇ ਕਰੋ, ਤੇ ਜਿਹੜਾ ਮੈਨੇਜਰ ਹੈ ਉਹਨੂੰ ਕਹੇ ਵੀ ਮੇਰੇ ਕੋਲ ਆ 4 ਸਲਿੱਪਾਂ ਆਈਆਂ ਨੇ। ਇਹ ਸਲਿੱਪਾਂ ਜਿਹੜੀਆਂ ਇਹ ਇੱਕ ਸਲਿੱਪ ਸੀਗੀ ਡਾਕਟਰ ਰੂਪ ਸਿੰਘ ਦੀ ਜਿਹੜਾ ਚੀਫ ਸੈਕਟਰੀ ਸੀ, ਗੁਰਬਚਨ ਸਿੰਘ ਜਿਹੜਾ ਇੰਚਾਰਜ ਸੀ ਭਵਨ ਦਾ, ਇੱਕ ਮੱਕੜ ਦਾ ਪੀਏ ਸੀ। ਇਸ ਤਰ੍ਹਾਂ 4 ਬੜੇ ਜ਼ਿੰਮੇਵਾਰ ਅਫਸਰ ਸੀਗੇ ਜਿਨ੍ਹਾਂ ਦੀਆਂ ਸਲਿੱਪਾਂ ਤੇ ਇਹ ਲਿਖਿਆ ਸੀ ਕਿ ਇੰਨੇ ਸਰੂਪ ਇਹਨਾਂ ਬੰਦਿਆਂ ਨੂੰ ਚੁਕਾ ਦਿੱਤੇ ਜਾਣ। ਉਹ ਕਹਿੰਦਾ ਹੁਣ ਇਹਨਾਂ ਨੂੰ ਪੁੱਛੋ ਤੁਸੀਂ, ਉਹ ਸਲਿੱਪਾਂ ਜਿਹੜੀਆਂ ਨੇ ਉਹਦੇ ਤੋਂ ਲੈ ਕੇ ਇਹਨਾਂ ਨੇ ਜੇਬ 'ਚ ਪਾ ਲਈਆਂ, ਉਹ ਇਨਕੁਆਇਰੀ ਦਾ ਹਿੱਸਾ ਨਹੀਂ ਬਣਾ ਰਹੇ ਜੀ। ਤੋ ਜੋ ਕੁਛ ਵੀ ਆ ਉਹਦਾ ਲੈਣਾ ਦੇਣਾ ਜਿਹੜਾ ਪ੍ਰਬੰਧਕ ਕਮੇਟੀ ਨਾਲ ਆ, ਸਰਕਾਰ ਨਾਲ ਨਹੀਂ ਕਿਸੇ ਨਾਲ। ਅਸੀਂ ਇਹ ਮਹਿਸੂਸ ਕਰਦੇ ਹਾਂ। ਦੂਸਰਾ, ਇਹ ਮੈਂ ਬੜੇ ਲੰਬੇ ਸਮੇਂ ਤੋਂ ਅਸੀਂ ਇਹ ਸਟੱਡੀ ਕੀਤੀ ਆ ਕਿ ਇੱਕ ਸਾਡੇ ਇਹ ਜਿਹੜੇ ਮੁੱਦੇ ਨੇ ਬੜੇ ਸਰਗਰਮ ਨੇ ਤੇ ਲੋਕ ਚਾਹੁੰਦੇ ਨੇ ਕਿ ਹੱਲ ਹੋਣ ਜੀ। ਭਾਵੇਂ ਰਿਹਾਈਆਂ ਦਾ ਮੁੱਦਾ ਹੋਵੇ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਭੰਗ ਹੋਣ ਦਾ ਮੁੱਦਾ ਹੋਵੇ, ਭਾਵੇਂ ਬਾਈਬਲ ਕਲਾਂ ਦੇ ਖੂਨੀ ਕਾਂਡ ਹੋਵੇ ਜੀ। ਇਹ ਮੁੱਦੇ ਸਿੱਖਾਂ ਨੂੰ ਟੁੰਬਦੇ ਨੇ, ਸਿੱਖਾਂ ਨੂੰ ਬੇਚੈਨ ਕਰਦੇ ਨੇ ਜਦੋਂ ਸਾਹਮਣੇ ਆਉਂਦੇ ਨੇ। ਲੇਕਿਨ ਅਸੀਂ ਵੱਖ-ਵੱਖ ਹੋ ਕੇ ਆਪਣੇ ਤਰੀਕੇ ਨਾਲ ਮੋਰਚੇ ਲਾ ਕੇ ਬਹਿ ਜਾਈਏ, ਉਹਦੇ ਨਾਲ ਕੁਛ ਸਿੱਟਾ ਨਹੀਂ ਨਿਕਲਦਾ। ਇਹ ਸਿੱਟਾ ਇਸ ਤਰ੍ਹਾਂ ਹੀ ਆ ਕਿ ਇੱਕ ਜਿਹੜੀ ਸਾਡੀ ਸੰਸਥਾ ਆ, ਸਾਡੀ ਸਰਕਾਰ ਆ, ਉਹ ਹੈਗੀ ਆ ਪ੍ਰਬੰਧਕ ਕਮੇਟੀ ਜੀ। ਤੇ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੈਗਾ ਪ੍ਰਕਾਸ਼ ਸਿੰਘ ਬਾਦਲ ਦਾ। ਬਾਦਲ ਨੂੰ ਸਿੱਖਾਂ ਨੇ ਲੋਕ ਸਭਾ ਜਿਤਾਈ, ਇਹਨੇ ਉੱਥੇ ਆਪਣੇ ਮਿਨਿਸਟਰ ਬਣਾਇਆ ਪੁੱਤਰ ਤੇ ਨੂੰਹ ਨੂੰ। ਇਹਨੂੰ ਵਿਧਾਨ ਸਭਾ ਜਿਤਾਈ, ਇਹ ਆਪ ਮਿਨਿਸਟਰ ਬਣਿਆ, ਭਤੀਜੇ ਬਣੇ, ਪੁੱਤਰ ਬਣਿਆ, ਸਾਲੇ ਬਣੇ ਉਹਦੇ। ਇਹਨਾਂ ਨੇ ਹੰਡਾਈਆਂ, ਲੇਕਿਨ ਇਹਨਾਂ ਨੇ ਕਦੀ ਵੀ ਕਿਸੇ ਸਿੱਖ ਬੱਚੇ ਨੂੰ ਛਡਾਇਆ ਨਹੀਂ ਜਾਂ ਛਡਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ, ਬਲਕਿ DGP ਬਣਾਇਆ ਸੁਮੇਧ ਸੈਣੀ ਨੂੰ। ਜੇ ਸੁਮੇਧ ਸੈਣੀ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਮੇਨ ਗਵਾਹ ਸੀ, ਆਯੂ ਸੀ ਜਿਹੜਾ ਕਰਪਸ਼ਨ ਕੇਸ ਦਾ, ਉਹਨੂੰ ਇਹਨੇ ਸੈੱਟ ਕਰਕੇ ਤੇ ਉਹਨੂੰ ਮੁਕਰਾਇਆ ਅਦਾਲਤ ਦੇ ਅੱਗੇ। ਉਹ ਬਾਦਲ ਦਾ ਬਹੁਤ ਵੱਡਾ ਭਲਾ ਹੋਣ ਕਰਕੇ ਬਾਦਲ ਨੇ ਖੁਸ਼ ਹੋ ਕੇ ਉਹਨੂੰ DGP ਬਣਾਇਆ, ਜਿਹੜਾ ਬੱਚਿਆਂ ਦਾ ਕਾਤਲ ਸੀ। ਇੱਕ ਸੈਣੀ ਤੋਂ ਬਿਨਾ ਅਜ਼ਹਾਰ ਆਲਮ ਸੀ ਜਿਹੜਾ ਅਕਤੂਬਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ 86 'ਚ, ਉੱਥੇ ਉਹਨੇ 4 ਸਿੱਖ ਗੋਲੀ ਨਾਲ ਮਾਰੇ। ਤੇ ਉਹਦੀ ਜਿਹੜੀ ਤਫਤੀਸ਼ ਸੀ ਉਹ ਮੁਕੰਮਲ ਹੋਣ ਤੋਂ ਬਾਵਜੂਦ ਜੀ ਬਾਦਲ ਨੇ ਉਹਦਾ ਕੁਛ ਸਿੱਟਾ ਨਹੀਂ ਕੱਢਿਆ। ਉਹਨੂੰ ਕਿਸੇ ਸਜ਼ਾ ਤੇ ਕੀ ਦੇਣੀ ਆ ਉਹਨੂੰ, ਬਲਕਿ ਉਹਦੀ ਵਾਈਫ ਨੂੰ ਕੈਬਨਿਟ ਮਿਨਿਸਟਰ ਬਣਾਇਆ। ਤੇ ਅਜ਼ਹਾਰ ਆਲਮ ਆਪ ਵੀ ਰਿਟਾਇਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੀਤ ਸੈਕਟਰੀ ਪ੍ਰਧਾਨ ਬਣਿਆ। ਇਹ ਹੁੰਦੀਆਂ ਨੇ ਵਫਾ ਕੌਮ ਨਾਲ, ਕਮਿਟਮੈਂਟ। ਜਿਸ ਤਰ੍ਹਾਂ ਜੈਲਲਤਾ ਸੀ ਤਾਮਿਲਨਾਡੂ ਦੀ ਮੁੱਖ ਮੰਤਰੀ, ਉਹਨੇ ਦੇਖਿਆ ਕਿ ਸਾਡੀ ਸਟੇਟ ਦੇ ਜਿਹੜੇ ਆ ਬੱਚੇ ਆ ਜਾਂ ਬੀਬੀਆਂ ਨੇ ਇਹ ਇੰਨੇ ਸਾਲਾਂ ਤੋਂ ਅੰਦਰ ਨੇ, ਤੇ ਜਿਹੜੇ ਅਸਲ ਮੁਲਜ਼ਮ ਸੀਗੇ, ਜਿਹੜੇ ਅਸਲ ਦੋਸ਼ੀ ਸੀਗੇ, ਉਹ ਤੇ ਬੰਬ ਨਾਲ ਉੱਡ ਗਏ ਰਾਜੀਵ ਗਾਂਧੀ ਦੇ ਨਾਲ। ਇਹ ਤੀਸਰੇ ਖਾਨੇ ਦੇ ਵਿੱਚ ਜਿਹੜੇ ਪਏ ਨੇ, ਇਹਨਾਂ ਨੂੰ ਇੰਨੀ ਸਜ਼ਾ ਦੇਣੀ ਜਿਹੜੀ ਆ ਇਹ ਠੀਕ ਨਹੀਂ, ਫਾਂਸੀ ਦੀਆਂ ਸਜ਼ਾਵਾਂ। ਤੇ ਉਹਨਾਂ ਨੇ ਯੂਨੀਵਰਸਲ ਮਤਾ ਪਾਸ ਕੀਤਾ ਆਪਣੀ ਸੰਸਦ ਦੇ ਵਿੱਚ, ਵਿਧਾਨ ਸਭਾ 'ਚ। ਉਹਦੇ ਉੱਤੇ ਕੀ ਕਾਂਗਰਸੀ ਹੋਣ, ਕੀ ਆਪੋਜੀਸ਼ਨ ਲੀਡਰ DMK ਹੋਣ, ਕਿ ਇਹਨਾਂ ਦੀ ਆਪਣੀ ਪਾਰਟੀ, ਉਹ ਸਾਰਿਆਂ ਨੇ ਯੂਨੀਵਰਸਲ ਐਨ ਆਮ ਸਹਿਮਤੀ ਨਾਲ ਸਾਈਨ ਕੀਤੇ। ਉਹ ਸਾਈਨ ਜਿਹੜੇ ਸੀ ਕਰਨ ਤੋਂ ਬਾਅਦ ਉਹਨੂੰ ਹੁਕਮ ਦਿੱਤਾ ਛੱਡ ਦਿਓ, ਪਰ ਸਟੇ ਲੈ ਲਿਆ ਸੈਂਟਰ ਸਰਕਾਰ ਨੇ। ਸਟੇ ਦੇ ਬਾਵਜੂਦ ਅੱਜ ਜਦੋਂ ਫੈਸਲਾ ਹੋਇਆ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ 'ਚ ਦਿੱਤਾ। ਸਾਡੀ ਅਸੈਂਬਲੀ ਦੇ ਵਿੱਚ ਇਹੋ ਜਿਹਾ ਮਤਾ ਪਾਸ ਕਿਉਂ ਨਹੀਂ ਹੋਇਆ ਕੋਈ?
ਜੇ ਨਹੀਂ ਹੋਇਆ ਤੇ ਸਾਡੇ ਕੋਲ ਇੱਕੋ ਇੱਕ ਸੰਸਥਾ ਰਹਿ ਜਾਂਦੀ, ਪ੍ਰਬੰਧਕ ਕਮੇਟੀ। ਪ੍ਰਬੰਧਕ ਕਮੇਟੀ ਵੀ ਬਾਦਲ ਕੋਲ ਹੈ, ਜੇ ਉਹਨੇ ਉੱਥੇ ਨਹੀਂ ਹੋਣ ਦਿੱਤਾ ਤੇ ਇੱਥੇ ਵੀ ਨਹੀਂ ਹੋਣ ਦੇਣਾ। ਜੇ ਕੋਈ ਕਰੂਗਾ ਤੇ ਅੱਜ ਉਹਦੇ ਕੋਲ ਵੈਲਿਊ ਨਹੀਂ, ਕਿਉਂਕਿ ਉਹਦੇ ਲੋਕ ਪਿੱਛੇ ਨਹੀਂ। ਜਿੰਨੀ ਦੇਰ ਤੱਕ ਪ੍ਰਬੰਧਕ ਕਮੇਟੀ 'ਚ ਚੇਂਜ ਨਹੀਂ ਆਉਂਦਾ, ਪ੍ਰਬੰਧਕ ਕਮੇਟੀ 'ਚ ਨਵੀਂ ਲੀਡਰਸ਼ਿਪ ਸੰਸਦ ਦੇ ਵਿੱਚ, ਧਰਮ ਸੰਸਦ ਦੇ ਵਿੱਚ ਨਹੀਂ ਬਹਿੰਦੀ, ਉਹ ਆਪਣੀ ਕੌਮ ਦੀ ਜਜ਼ਬਾਤ ਦੀ ਤਰਜਮਾਨੀ ਨਹੀਂ ਕਰਦੀ, ਉਹਦੇ ਮੁਤਾਬਕ ਕੋਈ ਮਤਾ ਨਹੀਂ ਬਣਾਉਂਦੀ, ਉਹਦੇ ਮੁਤਾਬਕ ਸੈਂਟਰ ਤੋਂ ਡਿਮਾਂਡ ਨਹੀਂ ਕਰਦੀ, ਉਨੀ ਦੇਰ ਤੱਕ ਮੈਂ ਸਮਝਦਾ ਸੀ ਇਕੱਲੇ ਜਾਂ ਸਾਡੀ ਗਿਣਤੀ ਕਿੰਨਾ 'ਚ ਹੋਵੇ, ਨਾ ਅਸੀਂ ਕਦੀ ਸਰਪੰਚ ਬਣੇ, ਨਾ ਅਸੀਂ MLA ਬਣੇ, ਨਾ ਸਾਨੂੰ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਦਾ ਮੌਕਾ ਮਿਲਿਆ, ਕਿਉਂਕਿ 12 ਸਾਲ ਹੋ ਗਏ ਇਲੈਕਸ਼ਨ ਨੂੰ ਜੀ। ਤੋਂ ਇਹ ਸੈਂਟਰ ਸਰਕਾਰ ਜਿਹੜੀ ਆ, ਪੰਜਾਬ ਸਰਕਾਰ ਜਿਹੜੀ ਆ, ਇਹ ਚਾਹੁੰਦੀ ਨਹੀਂ ਕਿ ਅੱਜ ਵੀ ਪ੍ਰਬੰਧਕ ਕਮੇਟੀ ਬਾਦਲ ਦੇ ਹੱਥੋਂ ਜਾਂਦੀ ਰਹੇ ਜੀ, ਕਿਉਂਕਿ ਸਾਡੀ ਕੌਮ ਨੂੰ ਨੱਥ ਪਾਈ ਹੋਈ ਹੈ ਇਹਨਾਂ ਨੇ। ਤੋਂ ਇਸ ਕਰਕੇ ਮੇਰਾ ਜਿਹੜਾ ਸਾਡੀ ਪੰਥਕ ਅਕਾਲੀ ਲਹਿਰ ਦੇ ਲੀਡਰਾਂ ਦਾ ਮੰਨਣਾ ਉਹ ਇਹੀ ਆ ਕਿ ਜਿੰਨੀ ਦੇਰ ਤੱਕ ਪ੍ਰਬੰਧਕ ਕਮੇਟੀ 'ਚ ਇਲੈਕਸ਼ਨ ਨਹੀਂ ਹੁੰਦੇ, ਚੇਂਜ ਨਹੀਂ ਆਉਂਦਾ, ਉਨੀ ਦੇਰ ਤੱਕ ਅਸੀਂ ਸਮਰੱਥ ਨਹੀਂ ਹੁੰਦੇ ਕਿ ਅਸੀਂ ਆਪਣਾ ਸਵਾਲ ਪੁੱਟ ਕਰ ਸਕੀਏ ਤੇ ਕੇਂਦਰ ਨੂੰ ਹਿਲਾ ਸਕੀਏ ਤੇ ਸਾਡੇ ਪਿੱਛੇ ਇੱਕ ਪੰਜਾਬ ਦੀ ਫੋਰਸ ਦਿਖਾਈ ਦੇਵੇ। ਪ੍ਰਬੰਧਕ ਕਮੇਟੀ ਸਾਡੀ ਇਹੋ ਜਿਹੀ ਸੰਸਥਾ ਜਿਹਦੇ ਪਿੱਛੇ ਆਲ ਓਵਰ ਵਰਲਡ ਦਾ ਸਿੱਖ ਖੜਾ ਹੁੰਦਾ, ਤਾਂ ਉਹਦੇ ਵਿੱਚ ਫਿਰ ਧੜੇ ਖਤਮ ਹੋ ਜਾਂਦੇ ਜੀ। ਉਸ ਮਾਹੌਲ ਨੂੰ ਕ੍ਰੀਏਟ ਕਰਨ ਲਈ ਮੈਂ ਲਗਾਤਾਰ ਜ਼ੋਰ ਲਾਇਆ। ਹੁਣ ਵੀ ਅਸੀਂ ਬੜੇ ਸੋਚ ਵਿਚਾਰ ਤੋਂ ਬਾਅਦ ਫਰਵਰੀ ਮਹੀਨੇ ਦਾ ਐਂਡ ਦਿੱਤਾ ਸੀ ਕਿ ਅਸੀਂ ਇੱਥੇ ਐਕਸ਼ਨ ਕਰਾਂਗੇ। ਉਹਦੇ ਨਾਲ ਉਹਨੂੰ ਮਹੀਨਾ ਵੀ ਲੱਗ ਸਕਦਾ, ਉਹਦੇ ਲਈ 50-60 ਹਜ਼ਾਰ ਬੰਦਾ ਜਿਹੜਾ ਉਹ ਅਸੀਂ ਤਿਆਰ ਕਰਨਾ ਸੀ। ਹੁਣ ਜਿਹੜਾ ਇਹ ਮੋਰਚਾ ਲੱਗ ਗਿਆ, ਇਹਦੇ ਵਾਸਤੇ ਅਸੀਂ ਹੁਣ ਇਹ ਸੋਚ ਰਹੇ ਕਿ ਅਸੀਂ ਇਹ ਸਾਡੀ 6 ਤਰੀਕ ਦੀ ਮੀਟਿੰਗ ਆ, ਉਹ 'ਚ ਅਸੀਂ ਕੀ ਡਿਸੀਜਨ ਲੈਣਾ ਤਾਂ ਕਿ ਸਾਡੇ 'ਤੇ ਆਰੋਪ ਵੀ ਨਾ ਲੱਗੇ ਕਿ ਇਹਨਾਂ ਦੀ ਵਜ੍ਹਾ ਨਾਲ ਸਾਡੇ ਬੰਦੇ ਰਿਲੀਜ਼ ਨਹੀਂ ਹੋਏ। ਤੋ ਇਹ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ, ਇਹਨਾਂ ਨੂੰ ਕੋਈ ਹੋਰ ਨਹੀਂ ਜਾਣਦਾ। ਇੱਥੇ ਆਪੋ ਧਾਪੀ ਜੀ ਪਈ ਆ, ਜਿਹਦਾ ਸਮਰਥਕ ਜਿਹੋ ਜਿਹਾ ਹੁੰਦਾ ਦੂਸਰੇ ਨੂੰ ਗਾਲਾਂ ਕੱਢਣ ਲੱਗ ਪੈਂਦਾ। ਇੱਕ ਫੇਸਬੁੱਕ ਚੱਲ ਪਈ ਆ ਜਿਹਦੇ ਉੱਤੇ ਕੋਈ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਕੋਈ ਧੀ ਭੈਣ ਇੱਕ ਕਰ ਛੱਡਦੇ ਆ। ਤੋ ਸਾਡੇ ਲਈ ਬੜੀਆਂ ਪ੍ਰੋਬਲਮਾਂ ਨੇ, ਮੁਸ਼ਕਲਾਂ, ਤੇ ਉਹਦੇ ਵਿੱਚ ਅਸੀਂ ਚੁੱਪ 'ਚ ਫਾਇਦਾ ਇਹ ਸਿਧਾਂਤ ਬਣਾ ਕੇ ਚੁੱਪ ਕਰ ਜਾਂਦੇ ਹਾਂ। ਜਥੇਦਾਰ ਸਾਹਿਬ, ਤੁਸੀਂ ਗੱਲ ਹੁਣੇ ਕਹੀ ਹੈ, ਤੁਸੀਂ ਬਈ ਜਿਹੜਾ ਸਾਰੇ ਮੁੱਦੇ ਲੈ ਕੇ ਚੱਲ ਰਹੇ ਨੇ, ਖਾਸ ਕਰਕੇ ਜੇ ਸਰੂਪਾਂ ਦੀ ਗੱਲ ਕਰ ਲਈਏ, ਪਰ ਜੇ ਦੂਸਰਾ ਜਿਹੜਾ ਮੁੱਦਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਕਿਉਂਕਿ ਉਹਦੇ 'ਚ ਸਜ਼ਾਵਾਂ ਲੰਮੀਆਂ ਦੀ ਗੱਲ ਹੋ ਰਹੀ ਹੈ, ਇਹੀ ਬਾਰ-ਬਾਰ ਬਿਆਨ ਦਿੱਤੇ ਜਾ ਰਹੇ ਹੈ ਕਿ 25 ਤੋਂ 32 ਸਾਲ ਸਜ਼ਾ ਜਿਹੜੀ ਹੈ ਕੱਟ ਲਿੱਤੀ ਗਈ ਹੈ। ਤੁਸੀਂ ਹੁਣੇ ਗੱਲ ਕੀਤੀ ਹੈ ਕਿ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸਨ ਉਹਨਾਂ ਨੂੰ ਛੱਡਿਆ ਗਿਆ ਤੇ ਉਹਦੇ ਲਈ ਉਹਨਾਂ ਨੇ ਇੱਕ ਯੂਨੈਨਿਮਸ ਜਿਹਾ ਮਤਾ ਪਾਸ ਕੀਤਾ ਸੀਗਾ, ਪਰ ਉਸ ਦੇ ਨਾਲ ਹੀ ਉੱਥੇ ਵੀ ਇਹੀ ਗੱਲਾਂ ਹੋ ਰਹੀਆਂ ਨੇ ਕਿ ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ, ਜੇ ਸੌਦਾ ਸਾਧ ਜਿਹਨੇ ਕਿ ਰੇਪਿਸਟ ਹੈਗਾ, ਜਿਹਨੇ ਕਤਲ ਵੀ ਕੀਤੇ ਨੇ ਤੇ ਜਿਹਨੇ ਜਿਹੜੀਆਂ ਨੇ ਉਹ ਜ਼ਬਰ ਜਨਾਹ ਵੀ ਕੀਤਾ ਹੈਗਾ ਸਾਧਵੀਆਂ ਦਾ, ਔਰ ਉਹ ਲੰਮੀ ਸਜ਼ਾ ਉਹਨੂੰ ਮਿਲੀ ਹੈ, ਹਾਂਜੀ, ਤੇ ਬਾਵਜੂਦ ਉਸ ਦੇ ਉਹ ਜੇ ਬਾਹਰ ਆ ਸਕਦਾ ਪੈਰੋਲ ਤੇ, ਔਰ ਉਹਨਾਂ ਕਾਤਲਾਂ ਨੂੰ ਛੱਡਿਆ ਜਾ ਸਕਦਾ, ਰਾਜੀਵ ਦੇ ਕਾਤਲਾਂ ਨੂੰ, ਤੇ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ? ਕਿਉਂਕਿ ਤੁਸੀਂ ਵੀ ਲੰਮਾ ਸਮਾਂ ਜਿਹੜਾ ਮੈਂ ਜੋ ਮਹਿਸੂਸ ਕਰਦਾ ਆ, ਇੱਕ ਤਾਂ ਤਾਮਿਲਨਾਡੂ ਦੇ ਲੋਕ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਈਸਾਈ ਆ, ਭਾਵੇਂ ਕੋਈ ਹਿੰਦੂ ਆ, ਉੱਥੇ ਉਹਨਾਂ ਦੀ ਕਮਿਟਮੈਂਟ ਆ, ਆਪਣੀ ਵਫਾ ਆ, ਆਪਣੀ ਬੋਲੀ ਨਾਲ, ਆਪਣੀ ਸਟੇਟ ਨਾਲ। ਉਹ ਤਾਮਿਲ ਤੋਂ ਬਿਨਾਂ ਕੋਈ ਬੋਲਦੇ ਨਹੀਂ ਜੀ। ਉਹਦੇ ਵਿੱਚ ਉਹਨਾਂ ਦੀ ਜਿਹੜੀ ਕਮਿਟਮੈਂਟ ਆ ਉਹ ਸਾਨੂੰ ਵਿਧਾਨ ਸਭਾ 'ਚ ਵੀ ਨਜ਼ਰ ਆਈ ਜੀ। ਸਾਡੀ ਇੱਥੇ ਹੈ ਨਹੀਂ। ਸਾਡਾ ਪੱਖ ਕੌਣ ਲਊਗਾ ਵਿਧਾਨ ਸਭਾ 'ਚ? ਅੱਜ ਵਿਧਾਨ ਸਭਾ ਦੇ ਵਿੱਚ ਕਿਹੜਾ MLA ਜਿਹੜਾ ਸਾਡਾ ਪੱਖ ਲੈ ਕੇ ਉਹ 'ਚ ਨਾਅਰਾ ਬੁਲੰਦ ਕਰੇ ਕਿ ਇਹਨਾਂ ਕੈਦੀਆਂ ਲਈ ਇਹ ਹੋਣਾ ਚਾਹੀਦਾ ਜੀ? ਜੇ ਅਸਰ ਪੈਣਾ ਸੈਂਟਰ ਸਰਕਾਰ ਤੇ ਚੁਣੇ ਹੋਏ ਨੁਮਾਇੰਦਿਆਂ ਦਾ, ਖਾਸ ਕਰਕੇ ਵਿਧਾਨ ਸਭਾ ਦਾ, ਖਾਸ ਕਰਕੇ ਪ੍ਰਬੰਧਕ ਕਮੇਟੀ ਦਾ ਪੈਣਾ ਜੀ। ਇਹੀ ਮੈਂ ਤੁਹਾਨੂੰ ਦੱਸ ਚੁੱਕਾ ਵੀ ਅਸੀਂ ਉਹਦੇ ਤੋਂ ਬਿਨਾਂ ਇਕੱਲੇ ਹੋ ਜਾਂਦੇ ਹਾਂ, ਸੰਸਥਾ ਨਹੀਂ ਬਣਦੀ ਜੀ। ਪ੍ਰਬੰਧਕ ਕਮੇਟੀ ਹੋਵੇ ਜਾਂ ਸਾਡੀ ਇਹ ਪੰਜਾਬ ਦੀ ਅਸੈਂਬਲੀ ਹੋਵੇ, ਇਹਦੇ ਵਿੱਚ ਜਦੋਂ ਬਾਦਲ 3 ਦਫਾ ਉਹ ਰਾਜ ਕਰਕੇ ਗਿਆ, 5-5 ਸਾਲ, ਤੋਂ 5 ਸਾਲਾਂ ਦੇ ਵਿੱਚ ਕੋਈ ਟਾਈਮ ਐਸਾ ਕਈ ਵਾਰੀ ਆਇਆ ਕਿ ਜਦੋਂ ਕਾਂਗਰਸੀ ਵਿਧਾਇਕਾਂ ਨੂੰ ਵੀ ਅਸੀਂ ਪ੍ਰੇਰ ਸਕਦੇ ਸੀ ਕਿ ਤੁਸੀਂ ਹੁਣ ਛੱਡੋ, ਬਹੁਤ ਕੁਝ ਹੋ ਗਿਆ, ਤੁਸੀਂ ਇਹ ਪਿਛਲੇ ਤੇ ਮਿੱਟੀ ਪਾਓ, ਅੱਗੇ ਤੋਂ ਆਪਾਂ ਠੀਕ ਤਰੀਕੇ ਨਾਲ ਪੰਜਾਬ ਨੂੰ ਲਾਈਨ ਤੇ ਲਿਆਈਏ, ਉਹ ਵੀ ਸਾਈਨ ਕਰ ਸਕਦੇ ਸੀ। ਪਰ ਜਦੋਂ ਸਾਡੀ ਕੋਈ ਆਪਣੀ ਧਿਰ ਹੋਵੇ ਨਾ, ਦੁਸ਼ਮਣਾਂ ਦੀ ਧਿਰ ਵੱਡੀ ਹੋਵੇ, ਤੇ ਉਦੋਂ ਅਸੀਂ ਉਸ ਤੋਂ ਆਸ ਨਹੀਂ ਰੱਖ ਸਕਦੇ। ਉਦੋਂ ਅਸੀਂ ਇਹਨੂੰ ਕੰਪੇਅਰ ਨਹੀਂ ਕਰ ਸਕਦੇ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਕਿਉਂ ਛੱਡਿਆ ਤੇ ਸਾਨੂੰ ਕਿਉਂ ਨਹੀਂ ਛੱਡਿਆ, ਕਿਉਂਕਿ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਅਪਣਾਈ ਨਹੀਂ ਜੀ। ਜਿਹੜੀ ਜਦੋਂ ਸਾਡਾ ਇੱਥੋਂ ਮਤਾ ਪਾਸ ਹੁੰਦਾ, ਗਵਰਨਰ ਦੇ ਕੋਲ ਜਾਂਦਾ, ਜਾਂ ਸਾਡਾ ਮਤਾ ਨਾਮਨਜ਼ੂਰ ਹੁੰਦਾ ਤੇ ਉਹਨੂੰ ਹੁੰਦਾ ਕੋਰਟ ਦੇ ਥਰੂ
ਜੀ ਕੋਰਟ ਸਾਨੂੰ ਫਿਰ ਇੱਕ ਹੱਕ ਦਿੰਦਾ ਜਾਂ ਅਸੀਂ ਉੱਥੇ ਆਪਣੀ ਅਪਰੋਚ ਕਰਦੇ। ਇਹਦੇ ਵਿੱਚ ਜਿਹੜਾ ਜਿਸ ਤਰ੍ਹਾਂ ਹੁਣ ਤੁਸੀਂ ਰਾਮ ਰਹੀਮ ਦੀ ਗੱਲ ਕੀਤੀ ਆ, ਰਾਮ ਰਹੀਮ ਨੂੰ ਜਿਸ ਦਿਨ ਸਜ਼ਾ ਦੇਣੀ ਸੀ ਤੁਹਾਨੂੰ ਯਾਦ ਹੋਊਗਾ, ਲੱਖ ਬੰਦਾ ਆ ਕੇ ਬੈਠ ਗਿਆ ਪੰਚਕੂਲਾ ਕੋਰਟ 'ਚ। ਜੱਜ ਚਾਹੁੰਦਾ ਤੇ ਉਹਨੂੰ 1 ਮਹੀਨੇ ਦੀ ਤਰੀਕ ਅੱਗੇ ਦੇ ਕੇ ਹੁਕਮ ਦੀ ਤੇ ਉਹਨੂੰ ਟਾਲ ਸਕਦਾ ਸੀ ਜੀ, ਪਰ ਉਹਨੇ ਉਹਨੂੰ ਸਜ਼ਾ ਦਿੱਤੀ। ਪੌਣੇ 200 ਬੰਦਾ ਉਹਦਾ ਗੋਲੀ ਨਾਲ ਮਰਿਆ ਉੱਥੇ ਜੀ। ਤੇ ਉਹ ਇੱਕ ਪ੍ਰਕਿਰਿਆ ਸੀ, ਅਸੀਂ ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਅਸੀਂ ਹਰ ਗੱਲ ਜਿਹੜੀ ਆ ਉਹਨੂੰ ਲੌਜਿਕ ਦੇ ਕੇ ਕਰੀਏ ਜਾਂ ਸਾਨੂੰ ਆਮ ਸਿੱਖ ਨੂੰ ਆਮ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਇਹ ਬਿਲਕੁਲ ਜਾਇਜ਼ ਗੱਲ ਆ। ਅਸੀਂ ਬੜੇ ਫਿਕਰਮੰਦ ਆ ਜਿਹੜੇ ਇਹ ਸਾਡੇ ਬੰਦੇ ਛੁੱਟ ਨਹੀਂ ਰਹੇ ਜੇਲ੍ਹਾਂ ਚੋਂ, ਲੇਕਿਨ ਉਹਦੇ ਲਈ ਤਾਕਤ ਜਿਹੜੀ ਆ ਇਕੱਠੀ ਕਰਕੇ ਅਸੀਂ ਸੈਂਟਰ ਨੂੰ ਦਿਖਾਉਣੀ ਆ ਤੇ ਇਹਨਾਂ ਬੱਚਿਆਂ ਦੇ ਪਿੱਛੇ ਇਹ ਤਾਕਤ ਆ, ਉਹ ਤਾਕਤ ਅਸੀਂ ਇਕੱਠੀ ਨਹੀਂ ਕਰ ਪਾ ਰਹੇ। ਜੀ ਭਾਈ ਸਾਹਿਬ, ਤੁਹਾਡਾ ਆਪਣਾ ਵੀ ਜਿਹੜਾ ਇਹਦੇ 'ਚ ਇੱਕ ਤਜਰਬਾ ਰਿਹਾ ਹੈਗਾ, ਤੁਸੀਂ ਵੀ ਇਹ ਸਾਰੇ ਜਿਹੜੇ ਹੈਗੇ ਨੇ ਹੱਡੀ ਹੰਡਾਈ ਆ ਆਪਣੀ ਆਪ ਤੇ ਹੰਡਾਈ ਹੈ ਜੀ। ਇਹਨੂੰ ਜੇ ਛੱਡ ਵੀ ਦਈਏ ਤਾਂ ਜੇ ਵੈਸੇ ਤੁਹਾਡੇ ਤੋਂ ਪੁੱਛੀਏ ਤਾਂ ਕਿਸ ਤਰੀਕੇ ਦੀ ਹੈ ਜਿਹੜੀ, ਚਾਹੇ ਉਮਰ ਕੈਦ ਦੀ ਗੱਲ ਹੈ ਜਾਂ ਸਜ਼ਾਵਾਂ ਦੀ ਗੱਲ ਹੈ ਜਾਂ ਛੁੱਟਣ ਦੀ ਗੱਲ ਹੈਗੀ ਹੈ, ਇਹਦੇ ਵਿੱਚ ਕੀ ਪ੍ਰਕਿਰਿਆ ਹੁੰਦੀ ਹੈ ਤੇ ਕਿੱਥੇ ਕਿ ਜਿਹੜਾ ਲੈਪਸ ਹੋ ਰਿਹਾ ਹੈਗਾ? ਦੇਖੋ ਜੀ, ਸਾਡੇ ਭਾਰਤ ਦਾ ਸੰਵਿਧਾਨ ਹੈ ਜਿਹੜਾ, ਉਹਦੇ ਵਿੱਚ ਰਾਸ਼ਟਰਪਤੀ ਨੂੰ ਅਧਿਕਾਰ ਹੈ ਉਹ ਕਿਸੇ ਵੀ ਸਜ਼ਾ ਨੂੰ ਭਾਵੇਂ 1 ਦਿਨ ਕੱਟੀ ਹੋਵੇ ਜੇਲ੍ਹ 'ਚ ਤੇ ਉਮਰ ਕੈਦ ਹੋਵੇ ਟਿਲ ਡੈਥ ਤੱਕ ਤੇ ਉਹ ਇੱਕੇ ਟਾਈਮ ਮਾਫ ਕਰ ਸਕਦਾ ਜੀ। ਲੇਕਿਨ ਉਹਦੇ ਲਈ ਪ੍ਰਕਿਰਿਆ ਇਹੀ ਹੈ ਕਿ ਸਾਡੀ ਜਿਹੜੀ ਅਸੈਂਬਲੀ ਹੈ ਪੰਜਾਬ ਦੀ, ਸਾਡਾ ਚੀਫ ਮਿਨਿਸਟਰ ਆ, ਉਹਦੇ ਲਈ ਇੱਕ ਯਾਦ ਪੱਤਰ ਦੇਵੇ, ਉਹਨੂੰ ਇੱਕ ਮੈਮੋਰੈਂਡਮ ਦੇਵੇ ਕਿ ਫਲਾਂ ਕੈਦੀ ਸਾਡੀ ਸਟੇਟ ਦੇ ਬੱਚੇ ਨੇ, ਅਸੀਂ ਸਾਡੀਆਂ ਏਜੰਸੀਆਂ ਅਸੀਂ ਇਹ ਲਾ ਚੁੱਕੇ, ਪਤਾ ਕਰ ਚੁੱਕੇ ਕਿ ਬਿਲਕੁਲ ਠੀਕ ਤਰੀਕੇ ਨਾਲ ਰਹਿ ਰਹੇ ਆ, ਇਹਨਾਂ ਦੇ ਬਾਹਰ ਆਉਣ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਹਨਾਂ ਨੂੰ ਛੱਡ ਦਿੱਤਾ ਜਾਵੇ। ਉਹਦੇ ਨਾਲ ਸਹਿਮਤ ਹੋ ਕੇ ਸੈਂਟਰ ਸਰਕਾਰ ਵੀ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰੇ ਤਾਂ ਉਹ ਰਾਸ਼ਟਰਪਤੀ ਨੂੰ ਲਿਖੇ ਤੇ ਅਗਲੇ ਦਿਨ ਛੁੱਟ ਸਕਦੇ, ਕੋਈ ਪ੍ਰੋਬਲਮ ਨਹੀਂ। ਕੋਈ ਵੀ ਸਜ਼ਾ ਹੋਵੇ, ਫਾਈਨਲ ਹੋ ਜਾਵੇ ਸੁਪਰੀਮ ਕੋਰਟ ਤੋਂ ਵੀ ਇਹਨੂੰ ਇਹ ਸਜ਼ਾ ਫਾਂਸੀ ਦੀ ਸਜ਼ਾ, ਤਾਂ ਰਾਸ਼ਟਰਪਤੀ ਛੱਡ ਸਕਦਾ ਪਰ ਛੱਡੂਗਾ ਉਦੋਂ ਜਦੋਂ ਉਹਨੂੰ ਲੱਗੂਗਾ ਕਿ ਇਸ ਕੇਸ ਦੇ ਪਿੱਛੇ ਇੱਕ ਤਾਕਤ ਆ, ਇੱਕ ਕੌਮ ਆ, ਉਸ ਕੌਮ ਨੂੰ ਅਸੀਂ ਨਾਲ ਰੱਖਣਾ ਤੇ ਉਹਦੇ ਲਈ ਜਿਹੜੇ ਜ਼ਰੀਏ ਹੁੰਦੇ ਨੇ ਉਹ ਉਹਨਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ। ਅਸੀਂ ਅੱਜ ਜਿਹੜੀ ਬਾਦਲ ਨੂੰ ਲੋਕ ਸਭਾ ਵਿਧਾਨ ਸਭਾ ਬਾਰ-ਬਾਰ ਲੋਕਾਂ ਨੇ ਜਿਤਾਈ, ਪਰ ਉਹਨੇ 4 ਪੁਲਿਸ ਅਫਸਰ ਛੱਡੇ ਯੂਪੀ ਦੇ ਜਿਨ੍ਹਾਂ ਨੇ ਸਿੱਖ ਬੱਚੇ ਨੂੰ ਮਾਰਿਆ ਸੀ, ਜਿਹਨੂੰ ਹਾਈ ਕੋਰਟ ਦੀ ਡਾਇਰੈਕਸ਼ਨ ਤੇ CBI ਨੇ ਸਜ਼ਾ ਦਵਾਈ ਸੀ ਉਮਰ ਕੈਦ। ਉਹ 4 ਜਿਹੜੇ ਪੁਲਿਸ ਅਫਸਰ ਸੀ ਉਹ 2 ਜਾਂ 3 ਮਹੀਨੇ ਉਹਨਾਂ ਨੇ ਕੱਟੀ ਸੀ ਉਮਰ ਕੈਦ ਤੇ ਉਹਨਾਂ ਨੂੰ ਸੁਖਵੀਰ ਬਾਦਲ ਨੇ ਰਿਕਮੈਂਡ ਕਰਕੇ ਐਜ਼ ਡਿਪਟੀ CM ਗਵਰਨਰ ਨੂੰ ਦਿੱਤਾ। ਗਵਰਨਰ ਦਾ ਹੀ ਹੁਕਮ ਸੀ ਕਿ ਉਹ ਕਰਵਾਓ, ਇਹ ਯੂਪੀ ਦੇ ਬੰਦੇ ਨੇ ਅਸੀਂ ਭੇਜਣੇ ਨੇ। ਇਸ ਤਰ੍ਹਾਂ ਹੀ ਜਿਹੜੇ ਉਮਰ ਕੈਦੀ ਇੱਥੇ 3-4 ਘੁੰਮ ਰਹੇ ਨੇ ਪੁਲਿਸ ਅਫਸਰ, ਉਹਨਾਂ ਦੀਆਂ ਸਜ਼ਾਵਾਂ ਇਹਨਾਂ ਨੇ ਖਤਮ ਕਰਵਾਈਆਂ। ਇਹ ਹੋ ਸਕਦਾ ਹੈ ਪਰ ਉਹਦੇ ਪਿੱਛੇ ਕਿਉਂਕਿ ਬਾਦਲ ਨੂੰ ਜਿਹੜੀ ਅਸੈਂਬਲੀ ਦਿੱਤੀ ਸੀ, ਤਾਕਤ ਦਿੱਤੀ ਸੀ, ਉਹ ਪੰਜਾਬ ਦੇ ਲੋਕਾਂ ਨੇ ਦਿੱਤੀ ਤੇ ਪੰਜਾਬ ਦੇ ਲੋਕਾਂ ਦੀ ਦਿੱਤੀ ਤਾਕਤ ਨਾ ਇਹਨੇ ਲੋਕ ਸਭਾ ਨਾ ਇਹਨੇ ਵਿਧਾਨ ਸਭਾ ਕਦੀ ਵਰਤੀ ਨਹੀਂ। ਜਿਹੜੀ ਪ੍ਰਬੰਧਕ ਕਮੇਟੀ ਉਹ 'ਚ ਸੱਪ ਬਣ ਕੇ ਲਪੇਟ ਕੇ ਅੱਜ ਹੁਣ ਬੈਠਾ ਪਿਆ, ਸੰਗਲ ਮਾਰ ਕੇ ਵਲੇਟਾ ਮਾਰ ਕੇ ਸਾਹ ਘੁੱਟ ਰਿਹਾ ਸਾਰੀ ਕੌਮ ਦਾ। ਪ੍ਰਬੰਧਕ ਕਮੇਟੀ 12 ਸਾਲ ਹੋ ਗਏ ਇਲੈਕਸ਼ਨ ਨਹੀਂ ਹੋ ਰਹੇ, ਨਾ ਸੈਂਟਰ ਸਰਕਾਰ ਨੂੰ ਉਹਦੀ ਚਿੰਤਾ ਨਾ ਉਹਦੀ ਪੰਜਾਬ ਸਰਕਾਰ ਨੂੰ ਚਿੰਤਾ, ਉਹ ਤਮਾਸ਼ਾ ਦੇਖ ਰਹੀ ਹੈ ਤੇ ਅਸੀਂ ਵੀ ਤਮਾਸ਼ਾ ਬਣਦੇ ਜਾ ਰਹੇ ਹਾਂ। ਮੇਰੀ ਵੇਦਨਾ ਇਹ ਆ, ਮੇਰੀ ਤਕਲੀਫ ਇਹ ਆ ਕਿ ਅਸੀਂ ਜਿੰਨੀ ਦੇਰ ਤੱਕ ਕੋਈ ਸੰਸਥਾ ਦੇ ਤੌਰ ਤੇ ਇੱਕ ਸਿੱਖ ਕੌਮ ਦੀ ਪਾਵਰ ਆਪਣੇ ਹੱਥ 'ਚ ਨਹੀਂ ਲੈਂਦੇ, ਉਨੀ ਦੇਰ ਤੱਕ ਅਸੀਂ ਕੋਈ ਮਸਲਾ ਹੱਲ ਨਹੀਂ ਕਰਵਾ ਸਕਦੇ। ਹਾਂ, ਇਹ ਸਰਕਾਰ ਨੂੰ ਲੱਗੇ ਕਿ ਸਿੱਖ ਸਾਡੇ ਇੱਥੇ ਕੰਮ ਆ ਸਕਦੇ ਆ, ਉਹ ਸਾਨੂੰ ਫੁੱਲੀਆਂ ਪਾ ਕੇ ਕੁਝ ਕਰ ਦੇਣ ਤੇ ਮੈਂ ਕਹਿ ਨਹੀਂ ਸਕਦਾ। ਜਥੇਦਾਰ ਸਾਹਿਬ, ਜਿੱਥੇ ਤੱਕ ਗੱਲ ਕੀਤੀ ਆਪਾਂ ਬਾਈਬਲ ਕਲਾਂ ਤੇ ਜਿਹੜਾ ਗੋਲੀकांड ਹੋਇਆ ਫਰੀਦਕੋਟ, ਜਿਹੜਾ ਹੋਇਆ ਕੋਟਕਪੂਰਾ, ਉਹ ਵੀ ਕਾਫੀ ਲੰਮਾ ਖਿੱਚ ਗਿਆ ਦੇਖਿਆ ਜਾਏ ਤਾਂ, ਕਈ ਸਾਲਾਂ ਤੋਂ ਉਹਦੇ ਲਈ ਵੀ ਮੋਰਚਾ ਲੱਗਿਆ ਹੋਇਆ ਤੇ ਦੂਸਰੇ ਪਾਸੇ ਜਿਹੜੀ ਸਿੱਟ ਬਣੀ ਸੀਗੀ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਸੀਗੇ, ਅੱਜ ਹੁਣ ਉਹ ਆਮ ਪਾਰਟੀ ਦੇ MLA ਨੇ, ਵਿਧਾਇਕ ਨੇ, ਉਹ ਲਗਾਤਾਰ ਇਸ ਤੇ ਜਿਹੜਾ ਆਪਣਾ ਆਵਾਜ਼ ਗਾਏ ਬਗਾਏ ਬੁਲੰਦ ਕਰਦੇ ਰਹੇ, ਹੁਣ ਵੀ ਮੋਰਚੇ 'ਚ ਜਾ ਕੇ ਆਏ ਨੇ। ਤੁਸੀਂ ਇਹ ਸਾਰੀ ਸਥਿਤੀ ਨੂੰ ਕਿਵੇਂ ਪੜ੍ਹ ਰਹੇ, ਦੇਖ ਰਹੇ ਹੋ? ਮੈਂ ਨਾ ਜੀ ਉੱਥੇ ਹੀ ਆ ਜਾਣਾ। ਫਿਰ ਦੇਖੋ, ਜਦੋਂ ਸਿੱਟ ਬਣੀ, ਕਮਿਸ਼ਨ ਬਣਿਆ, ਕਮਿਸ਼ਨ ਨੇ ਕਮੇਟੀ ਨੂੰ ਕਿਹਾ ਕਿ ਸਾਨੂੰ ਆਹ ਡਾਕੂਮੈਂਟ ਦਿਓ, ਕਮੇਟੀ ਕਹਿੰਦੀ ਨਾ,
ਸਾਡੇ ਐਗਜ਼ੈਕਟਿਵ ਨੇ ਪਾਸ ਕਰ ਦਿੱਤਾ, ਸਾਡਾ ਪ੍ਰਧਾਨ ਤੇ ਕਿਸੇ ਜੱਜ ਅੱਗੇ ਪੇਸ਼ ਹੀ ਨਹੀਂ ਹੋ ਸਕਦਾ ਜੀ। ਜਣੇ ਖਣੇ ਕੇਸ ਇੱਥੇ ਪੇਸ਼ ਹੋਏ ਨੇ। ਪ੍ਰਧਾਨ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੋਵੇ, ਉਹਦੀ ਪਵਿੱਤਰਤਾ ਨਾਲ ਸੰਬੰਧਿਤ ਹੋਵੇ, ਫਿਰ ਪ੍ਰਧਾਨ ਕਹੇ ਕਿ ਪੇਸ਼ ਨੇ, ਗੁਰੂ ਗ੍ਰੰਥ ਸਾਹਿਬ ਵੱਡਾ ਜਾਂ ਪ੍ਰਧਾਨ ਵੱਡਾ? ਮੈਂ ਤੁਹਾਨੂੰ ਹਕੀਕਤ ਦੱਸਦਾ ਹੈ ਕਿ ਜਿਹੜਾ ਕੇਰ ਸਿੰਘ ਸੀਗਾ, ਇਹਨੇ ਅੰਮ੍ਰਿਤਪਾਨ ਕੀਤਾ। ਇਹਦੇ ਅੰਮ੍ਰਿਤਪਾਨ ਕਰਨ ਦੇ ਪ੍ਰੂਫ ਵਜੋਂ 5 ਪਿਆਰਿਆਂ ਨੇ ਗਵਾਹੀ ਦਿੱਤੀ ਕੋਰਟ ਦੇ ਵਿੱਚ ਜਾ ਕੇ, ਤਾਂ ਉਹ ਫਾਂਸੀ ਲੱਗਾ। ਇਹ ਫਾਂਸੀ ਲਵਾ ਸਕਦੇ ਸਿੱਖ ਨੂੰ? ਇਹ ਡਾਕੂਮੈਂਟ ਨਹੀਂ ਦੇ ਸਕਦੇ। ਕੋਈ ਡਾਕੂਮੈਂਟ ਕਮਿਸ਼ਨ ਨੂੰ ਪ੍ਰਬੰਧਕ ਕਮੇਟੀ ਨੇ, ਅਕਾਲ ਤਖਤ ਦੇ ਗ੍ਰੰਥੀ ਨੇ ਨਹੀਂ ਦਿੱਤੇ। ਇਹ ਬੜੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਸਾਡੀ ਕਮੇਟੀ ਨੇ ਸਾਡੀ ਤਾਕਤ ਲੈ ਕੇ ਸਾਡੇ ਖਿਲਾਫ ਹੀ ਇਸਤੇਮਾਲ ਕੀਤੀਆਂ। ਮੇਰਾ ਰੋਣਾ ਉਹੀ ਆ ਕਿ ਤੁਸੀਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੂੰ ਕਿਉਂ ਬਾਦਲ ਦੇ ਰਹਿਮ ਤੇ ਛੱਡਿਆ ਹੋਇਆ? ਉਹਦੇ ਵਿੱਚ ਚੰਗੇ ਸਿੱਖ ਅੱਗੇ ਆ ਕੇ ਚੰਗੀ ਗੱਲ ਕਿਉਂ ਨਹੀਂ ਕਰਦੇ? ਉਹਦੇ ਵਿੱਚ ਸਾਡੇ ਕੋਲ ਸਮਰੱਥਾ ਆ, ਸਾਡੇ ਸਿੱਖ ਤਿਆਰ ਨੇ, ਜਿਹਨੇ 2 ਦਫਾ ਲੋਕ ਸਭਾ, 2 ਦਫਾ ਵਿਧਾਨ ਸਭਾ, ਇੱਕ ਇਹ ਜਿਹੜੀ ਇਲੈਕਸ਼ਨ ਸੀਗੀ ਬਾਈ ਇਲੈਕਸ਼ਨ ਸੰਗਰੂਰ ਦੀ, ਉਹ ਬੁਰੀ ਤਰ੍ਹਾਂ ਹਰਾਈ ਬਾਦਲ ਨੂੰ। ਔਰ ਹਰੇਕ ਇਲੈਕਸ਼ਨ ਦਾ ਮਾਰਜਨ ਜਿਹੜਾ ਅੱਜ ਵਿਛਾਤਾ ਉਹਨੂੰ ਧਰਤੀ ਤੇ ਪ੍ਰਬੰਧਕ ਕਮੇਟੀ ਕਿਉਂ ਦਿੱਤੀ ਹੋਈ ਹੈ ਬਾਦਲ ਨੂੰ? ਪ੍ਰਬੰਧਕ ਕਮੇਟੀ ਦੇ ਥਰੂ ਉਹ ਸਾਡਾ ਬੇੜਾ ਗਰ ਕਰਨ ਡਿਆ। ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਪ੍ਰਬੰਧਕ ਕਮੇਟੀ ਵੀ ਸਾਡੇ ਕੋਲ ਇੱਕ ਅਦਾਰਾ ਸਿੱਖਾਂ ਕੋਲ ਆ ਜਾਵੇ ਤੇ ਸਿੱਖ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ ਤੇ ਉਹਦਾ ਮੁੱਲ ਪੈ ਸਕਦਾ, ਕਿਉਂਕਿ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਦੇ ਪਿੱਛੇ ਆਲ ਓਵਰ ਵਰਲਡ ਦਾ ਸਿੱਖ ਆ, ਆਲ ਓਵਰ ਇੰਡੀਆ ਦਾ ਸਿੱਖ ਉਹਦੀ ਬੈਕ ਤੇ ਖੜਾ ਹੁੰਦਾ। ਇਸ ਕਰਕੇ ਸਾਨੂੰ ਆਸ ਹੈ ਕਿ ਅਸੀਂ ਉਸ ਤਾਕਤ ਨੂੰ ਭੁੱਲ ਕੇ ਆਪਣੀ ਕੱਲੇ ਦੀ ਤਾਕਤ ਨੂੰ ਨਾਪਦੇ ਹਾਂ ਉਦੋਂ ਅਸੀਂ ਧੋਖੇ 'ਚ ਹੋ ਜਾਂਦੇ ਹਾਂ। ਜੀ, ਤੁਸੀਂ ਗੱਲ ਕੀਤੀ ਹੈ ਪ੍ਰਬੰਧਕ ਕਮੇਟੀ ਦੀ। ਜੇ ਐਸਜੀਪੀਸੀ ਦੀ ਗੱਲ ਕਰ ਲਈਏ ਜਾਂ ਫਿਰ ਜੇ ਦੂਸਰੇ ਪਾਸੇ ਅਕਾਲੀ ਦਲ ਦੀ ਗੱਲ ਕਰ ਲਈ, ਤੁਸੀਂ ਗੱਲ ਕਰ ਹੀ ਰਹੇ ਹੋ, ਤੇ ਫਿਰ ਉਹਦੇ ਵਿੱਚ ਵੀ ਦੇਖਿਆ ਜਾਏ ਤਾਂ ਉਹ ਵੀ ਆਵਾਜ਼ ਤਾਂ ਬੁਲੰਦ ਕਰ ਰਹੇ ਆ ਇਸ ਟਾਈਮ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ? ਬਾਦਲ ਦਲ ਇਕੱਠਾ ਹੋਇਆ, ਮਾਨ ਸਾਹਿਬ ਇਕੱਠੇ ਹੋਏ, ਸਰਨਾ ਇਕੱਠਾ ਹੋਇਆ, ਮਨਜੀਤ ਇਕੱਠਾ ਹੋ ਗਿਆ, ਅਸੀਂ ਜੀ ਬੰਦੀ ਸਿੰਘਾਂ ਨੂੰ ਛਡਾਉਣਾ। ਫਿਰ ਉਹ ਇਕੱਠੇ ਹੋ ਕੇ ਉਹਨਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਇੱਕ ਸੰਗਰੂਰ ਦੀ ਸੀਟ ਤੇ ਲੜਨ ਲਈ, ਉਹ ਤੁਹਾਡੇ ਸਾਹਮਣੇ ਇਹ ਸੀ ਕਿ ਸਾਡਾ ਉਮੀਦਵਾਰ ਜਿਤਾਓ, ਅਸੀਂ ਬੰਦੀ ਸਿੰਘ ਛਡਾਵਾਂਗੇ। ਮਾਨ ਸਾਹਿਬ ਐਮਪੀ ਬਣ ਗਏ, ਸੁਖਬੀਰ ਸਿੰਘ ਬਾਦਲ ਤੇ ਉਹਦੀ ਧਰਮ ਪਤਨੀ ਪਹਿਲਾਂ ਹੀ ਐਮਪੀ ਨੇ, ਤੇ ਕਿਉਂ ਨਹੀਂ ਛਡਾਉਂਦੇ? ਕਿਉਂ ਨਹੀਂ ਲੋਕ ਸਭਾ 'ਚ ਗੱਲ ਕਰਦੇ? ਸਾਡੇ ਖਾਣ ਵਾਲੇ ਦੰਦ ਹੋਰ ਨੇ, ਦਿਖਾਉਣ ਵਾਲੇ ਹੋਰ ਨੇ। ਮੈਂ ਅੰਦਰੋਂ ਜੋ ਕੁਛ ਮੈਂ ਤਕਰੀਬਨ ਇੱਥੇ 99 ਤੋਂ ਬਾਅਦ ਹਰੇਕ ਦੀ ਸਪੋਰਟ ਕੀਤੀ ਆ, ਬਿਨਾਂ ਸ਼ਰਤ ਸਪੋਰਟ ਕੀਤੀ ਆ। ਕੋਈ ਮੇਰੀ ਪਾਰਟੀ ਨਹੀਂ, ਕੋਈ ਮੇਰੀ ਚੁਆਇਸ ਨਹੀਂ, ਕਿ ਮੈਂ ਕਿਸੇ ਦੀ ਮੈਂਬਰਸ਼ਿਪ ਨਹੀਂ ਮੰਗੀ, ਮੈਂ ਕਿਸੇ ਤੋਂ ਗੱਡੀ ਦਾ ਤੇਲ ਨਹੀਂ ਮੰਗਿਆ, ਮੈਂ ਕਿਸੇ ਤੋਂ ਗੱਡੀ ਨਹੀਂ ਮੰਗੀ, ਮੈਂ ਸਪੋਰਟ ਕਰਦਾ ਰਿਹਾ। ਲੇਕਿਨ ਹਰੇਕ ਨੇ ਧੋਖਾ ਦਿੱਤਾ, ਆਪਣਾ ਸਵਾਰਥ ਹੱਲ ਕਰਕੇ ਸਾਨੂੰ ਰੜੇ ਛੱਡ ਗਿਆ ਜੀ। ਇਸ ਕਰਕੇ ਸਾਨੂੰ ਤਜਰਬਾ ਜਿਹੜਾ ਹੈ ਉਹ ਵਾਲ ਜਿਹੜੇ ਸਾਡੇ ਚਿੱਟੇ ਹੋਏ ਨੇ, ਧੁੱਪ ਨਾਲ ਚਿੱਟੇ ਨਹੀਂ ਹੋਏ, ਇੱਕ ਉਮਰ ਦੇ ਲਿਹਾਜ਼ ਨਾਲ, ਇੱਕ ਜਿਹੜੇ ਥਪੇੜੇ ਇਹ ਲਾਈਫ ਦੇ ਜਿਹੜੇ ਵਿੱਚ ਆਉਂਦੇ ਨੇ, ਮੁਸ਼ਕਲਾਂ ਆਉਂਦੀਆਂ, ਉਹਨਾਂ ਦੇ ਵੱਜੇ ਨੇ। ਤਾਂ ਅਸੀਂ ਹੁਣ ਫੂਕ ਕੇ ਪੈਰ ਰੱਖਦੇ ਹਾਂ ਕਿ ਘੱਟੋ ਘੱਟ ਕੋਈ 2 ਕੌਡੀ ਦਾ ਬੰਦਾ ਸਾਨੂੰ ਜਿੱਚ ਕਰਕੇ ਚਲੇ ਜਾਵੇ, ਸਾਨੂੰ ਵੇਚ ਕੇ ਚਲੇ ਜਾਵੇ ਚੌਂਕ ਤੇ ਅਸੀਂ ਉਹਦੀ ਭਰਪਾਈ ਨਹੀਂ ਕਰ ਪਾਉਂਦੇ। ਤੁਸੀਂ ਜਿਹੜਾ ਹੈਗਾ ਪ੍ਰਧਾਨ ਹੈਗੇ ਉਹ ਪੰਥਕ ਅਕਾਲੀ ਲਹਿਰ ਦੇ, ਤਾਂ ਤੁਸੀਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹਦੇ ਵਿੱਚ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਲੋਕਾਂ ਦੇ ਵਿੱਚ ਜਾ ਰਹੇ ਹੋ, ਗੱਲਬਾਤ ਕਰ ਰਹੇ ਹੋ, ਡਿਫਰੈਂਟ ਗੱਲਾਂ ਰੱਖ ਰਹੇ ਹੋ। ਇਸ ਨੂੰ ਲੈ ਕੇ ਹੁਣ ਤੁਹਾਡੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਕਿਹੜੀਆਂ ਨੇ? ਦੇਖੋ, ਅਸੀਂ ਇੱਕ ਤੇ ਕੋਸ਼ਿਸ਼ ਕੀਤੀ ਕਿ ਅਸੀਂ ਪਿੰਡਾਂ 'ਚ ਜਾ ਕੇ ਆਪਣੀ ਤਾਕਤ ਇਕੱਠੀ ਕਰੀਏ, ਪਿੰਡਾਂ 'ਚ ਜਾ ਕੇ ਸਿੱਖਾਂ ਨੂੰ ਸਮਝਾਈਏ ਕਿ ਅਸੀਂ ਇਸ ਤਰੀਕੇ ਨਾਲ ਬਰਬਾਦ ਹੁੰਦੇ ਜਾ ਰਹੇ ਜੀ। ਸਾਨੂੰ ਪ੍ਰਬੰਧਕ ਕਮੇਟੀ ਲੈ ਕੇ ਚੰਗੇ ਸਿੱਖ ਨੂੰ ਤੁਸੀਂ ਲੀਡਰ ਲੱਭੋ ਆਪਣੇ ਹਲਕੇ ਦਾ, ਉਹਨੂੰ ਅਸੀਂ ਟਿਕਟ ਦੇਵਾਂਗੇ, ਉਹਨੂੰ ਤੁਸੀਂ ਜਿਤਾਓ। ਆਪਾਂ ਗੁਰੂ ਮਹਾਰਾਜ ਦੇ ਦਰ ਦੀ ਸੇਵਾ ਕਰੀਏ, ਗੁਰੂ ਦੀ ਗੋਲਕ ਬਚਾਈਏ, ਜਿਹਦਾ ਬਹੁਤ ਵੱਡਾ ਇੱਕ ਬਜਟ ਆ। ਫਿਰ ਯਾਤਰੂ ਦੀ ਸੇਵਾ ਦੇ ਵਿੱਚ ਹਾਜ਼ਰੀ ਲਵਾਈਏ। ਫਿਰ ਕੋਈ ਲੋੜਵੰਦ ਆ, ਬਿਮਾਰ ਆ, ਉਹਨੂੰ ਅਸੀਂ ਇਲਾਜ ਦਈਏ ਫ੍ਰੀ ਫੰਡ 'ਚ। ਕੋਈ ਬੀਬੀ ਆ, ਉਹਦੇ ਕੋਲ ਰੋਟੀ ਖਾਣ ਨੂੰ ਨਹੀਂ, ਉਹਨੂੰ ਕਿਸੇ ਵੀ ਗੁਰਦੁਆਰੇ 'ਚੋਂ ਹੁਕਮ ਹੋਵੇ ਅਕਾਲ ਤਖਤ ਦਾ, ਕਮੇਟੀ ਦਾ, ਇਹਨੂੰ ਰਾਸ਼ਨ ਦਿੱਤਾ ਜਾਵੇ, ਉਹ ਅਸੀਂ ਦੇ ਸਕੀਏ। ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਲਈ ਅਸੀਂ ਕੁਝ ਕਰ ਸਕੀਏ। ਇਸ ਕਰਕੇ ਮੈਂ ਤਕਰੀਬਨ 5 ਸਾਲ ਦਾ ਪਿੰਡਾਂ ਜਾ ਰਿਹਾ ਤੇ ਮੈਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਜੀ। ਮੇਰੇ ਕੋਲ ਉਹ ਸਾਧਨ ਨਹੀਂ ਹੈਗੇ, ਮੇਰੇ ਕੋਲ ਨਾ ਪੈਸਾ ਨਹੀਂ ਹੈਗਾ ਕਿ ਮੈਂ ਉਹ ਆਪਣੀ ਤਾਕਤ ਨੂੰ ਯਕਦਮ ਦਿਖਾ ਸਕਾਂ, ਪਰ ਮੈਂ ਜਦੋਂ ਵੀ ਆਵਾਜ਼ ਮਾਰਦਾ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਆਉਂਦੇ ਨੇ, ਪ੍ਰੋਟੈਸਟ ਕਰਦੇ ਨੇ। ਪਿੱਛੇ ਵੀ ਅਸੀਂ 24 ਸਤੰਬਰ ਨੂੰ ਮੋਹਾਲੀ 'ਚ ਕੀਤਾ
ਮੀਂਹ ਵਰਦੇ ਦੇ ਵਿੱਚ ਹਜ਼ਾਰਾਂ ਸਿੱਖ ਆਏ ਜਦੋਂ ਅਸੀਂ ਇਹ ਇਲੈਕਸ਼ਨ ਕਰਾਉਣ ਲਈ ਮੈਮੋਰੈਂਡਮ ਦਿੱਤਾ। ਤੋ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਮੰਨਣਾ ਇਹ ਆ ਕਿ ਅਸੀਂ ਜਿੰਨੀ ਦੇਰ ਤੱਕ ਆਮ ਸਿੱਖ ਨੂੰ ਹਰੇਕ ਸਿੱਖ ਨੂੰ ਭਾਵੇਂ ਉਹ ਕੋਈ ਕਿਸੇ ਵੀ ਦਲ ਨਾਲ ਸੰਬੰਧਿਤ ਆ, ਅਸੀਂ ਉਹਨੂੰ ਇਹੀ ਪ੍ਰੇਰਨਾ ਦੇ ਰਹੇ ਹਾਂ ਕਿ ਅਸੀਂ ਐਜ ਸਿੱਖ ਆਪਣੇ ਧਰਮ ਨੂੰ ਬਚਾ ਲਈਏ ਤੇ ਸਾਰਾ ਕੁਝ ਬਚ ਜਾਊਗਾ। ਜੇ ਸਾਡਾ ਧਰਮ ਨਾ ਬਚਿਆ ਸਾਡੀ ਰਾਜਨੀਤੀ ਵੀ ਨਹੀਂ ਬਚਣੀ, ਸਾਡਾ ਆਪਣਾ ਸਥਿਤ ਵੀ ਨਹੀਂ ਬਚਣਾ, ਆਪਣੀ ਹੋਂਦ ਵੀ ਨਹੀਂ ਬਚਣੀ। ਇਸ ਕਰਕੇ ਮੈਂ ਪਿੰਡਾਂ 'ਚ ਜਾ ਕੇ ਤੇ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲਈ ਆਪਣੀ ਤਾਕਤ ਇਕੱਠੀ ਕਰ ਰਹੇ ਹਾਂ। ਉਹਦੇ ਲਈ ਅਸੀਂ ਪੰਥਕ ਅਕਾਲੀ ਲਹਿਰ ਜਿਹੜੀ ਆ ਰਜਿਸਟ੍ਰੇਸ਼ਨ ਆ ਤੇ ਨਰੋਲ ਧਰਮ ਦੇ ਸੇਵਾ ਦੇ ਵਿੱਚ ਹਾਜ਼ਰ ਹੋਊਗੀ। ਅਸੀਂ ਪੋਲੀਟੀਕਲ ਮੈਂ ਸਿੱਖਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਭਾਵੇਂ ਆਮ ਆਦਮੀ ਪਾਰਟੀ ਦੇ ਵਰਕਰ ਹੋ, ਭਾਵੇਂ ਕਾਂਗਰਸ ਦੇ ਹੋ, ਭਾਵੇਂ ਅਕਾਲੀ ਦਲ ਦੇ ਹੋ, ਭਾਵੇਂ ਭਾਜਪਾ ਦੇ ਹੋ, ਭਾਵੇਂ ਬਸਪਾ ਦੇ ਹੋ, ਭਾਵੇਂ ਕਾਮਰੇਡ ਹੋ, ਤੁਸੀਂ ਸਿੱਖ ਹੋ, ਤੁਸੀਂ ਚਿਹਰੇ ਤੇ ਸਿੱਖੀ ਪਾਲੀ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿਓ, ਤੁਸੀਂ ਧਰਮ ਦੀ ਵੋਟ ਸਾਨੂੰ ਦਿਓ, ਅਸੀਂ ਸੇਵਾ ਕਰਾਂਗੇ। ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅਸੀਂ ਰਾਜਨੀਤੀ ਨਾ ਕਰਾਂਗੇ ਨਾ ਕਰਨ ਦਿਆਂਗੇ ਜੀ। ਇਹ ਸਾਡਾ ਜਿਹੜਾ ਮਿਸ਼ਨ ਆ ਇਹਨੂੰ ਲੈ ਕੇ ਅਸੀਂ ਚੱਲ ਰਹੇ ਹਾਂ। ਬਿਲਕੁਲ ਤੁਸੀਂ ਠੀਕ ਕਿਹਾ ਕਿ ਤੁਹਾਡਾ ਮਿਸ਼ਨ ਹੀ ਨਹੀਂ ਹੈਗਾ ਰਾਜਨੀਤੀ, ਸਿਆਸੀ ਜਿਹੜਾ ਹੈਗਾ ਪਿੰਡ ਵਿੱਚ ਆਉਣਾ ਤੁਹਾਡਾ ਜ਼ਿਆਦਾ ਮਿਸ਼ਨ ਨਹੀਂ ਹੈਗਾ। ਪਰ ਫਿਰ ਵੀ ਜੇ ਅਸੀਂ ਗੱਲ ਕਰ ਲਈਏ ਰਾਜਨੀਤੀ ਦੀ, ਜੇ ਅਸੀਂ ਸਿਆਸਤ ਦੀ ਗੱਲ ਕਰ ਲਈਏ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਪਿਛਲੀ ਸਰਕਾਰ ਜਿਹੜੀ ਗਈ ਹੈ, ਉਸ ਤੋਂ ਪਹਿਲੇ ਬਾਦਲਾਂ ਦੀ ਸਰਕਾਰ ਸੀਗੀ, ਅਕਾਲੀ ਦਲ ਦੀ ਸਰਕਾਰ ਸੀਗੀ, ਉਹਨਾਂ ਸਰਕਾਰਾਂ ਦੇ ਵੇਲੇ ਜਿਹੜੇ ਮੁੱਦੇ ਸੀਗੇ ਜਿੱਦਾਂ ਕਿ ਤੁਸੀਂ ਇਹੀ ਚਾਰ ਤਾਂ ਇਹੀ ਗਿਣਾਤੇ ਜਿੱਤੇ ਅੱਜ ਵੀ ਗੱਲਾਂ ਹੋ ਰਹੀਆਂ ਨੇ, ਇਸ ਦੇ ਇਲਾਵਾ ਬਹੁਤ ਸਾਰੇ ਮੁੱਦੇ ਸੀਗੇ, ਉਹ ਹੱਲ ਤਾਂ ਕੀ ਹੋਣੇ ਸੀਗੇ, ਵਿਗੜ ਗਏ, ਉਹ ਸਗੋਂ ਹੋਰ ਜ਼ਿਆਦਾ ਜਿਹੜੇ ਨੇ ਪਿੱਛੇ ਪੈ ਗਏ ਨੇ। ਅੱਜ ਬਿਲਕੁਲ ਹੀ ਵੱਖ ਤਰੀਕੇ ਦੀ ਸਰਕਾਰ ਆਈ ਹੈ, ਆਮ ਆਦਮੀ ਪਾਰਟੀ ਦੀ ਸਰਕਾਰ। ਤੁਸੀਂ ਉਹ ਪਿਛਲੇ ਜਿਹੜੇ ਪੈਂਡਿੰਗ ਮੁੱਦੇ ਨੇ ਤੇ ਅੱਜ ਦੀ ਜਿਹੜੀ ਸਰਕਾਰ ਹੈ ਜਾਂ ਅੱਜ ਦਾ ਜਿਹੜਾ ਪੂਰਾ ਸਰੂਪ ਹੈਗਾ ਖਾਸ ਕਰਕੇ ਸਿਆਸਤ ਦਾ, ਕਿਵੇਂ ਵੇਖਦੇ ਹੋ? ਮਦਈ ਕੌਣ ਹੈ? ਮਦਈ ਬਣਨਾ ਚਾਹੀਦਾ ਸੀ, ਅਕਾਲੀ ਦਲ ਨੂੰ ਮਦਈ ਬਣਨਾ ਚਾਹੀਦਾ ਸੀ, ਪ੍ਰਬੰਧਕ ਕਮੇਟੀ ਨੂੰ। ਉਹ ਸਾਡਾ ਰਾਹ ਰੋਕ ਰਹੇ ਆ। ਜੇ ਕੈਪਟਨ ਸਰਕਾਰ ਨੇ ਕੁਝ ਕਰਨਾ ਚਾਹਿਆ ਤੇ ਉਹਦਾ ਰਾਹ ਰੋਕਿਆ, ਜੇ ਇਹ ਸਰਕਾਰ ਜਿਹੜੀ ਕਰਦੀ ਤੇ ਇਹਦਾ ਵੀ ਰਾਹ ਰੋਕਦੇ, ਇਹਨੂੰ ਸਪੋਰਟ ਨਹੀਂ ਕਰ ਰਹੇ ਜੀ। ਜੇ ਉਹਨਾਂ ਮੁੱਦਿਆਂ 'ਚ ਜਦੋਂ ਜਿਹੜੇ ਸਿੱਖ ਧਰਮ ਨਾਲ ਜੁੜੇ ਨੇ ਤੁਸੀਂ ਉਹਦੇ ਠੇਕੇਦਾਰੀ ਲਈ ਹੋਈ ਆ, ਤੁਸੀਂ ਉਹਦੇ ਲਈ ਜਵਾਬ ਦਿਓ। ਉਹਦੇ ਵਿੱਚ ਤੁਸੀਂ ਉਲਟਾ ਗੁਰੂ ਨੂੰ ਨੁਕਸਾਨ ਪਹੁੰਚਾਉਣ ਲਈ, ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਲਈ ਆਪਣਾ ਰੋਲ ਅਦਾ ਕਰ ਰਹੇ ਹੋ। ਤੇ ਉਹ ਕਹਿੰਦੇ ਨੇ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਏ ਤੇ ਕੌਣ ਬਚਾਊਗਾ? ਜੀ ਜੀ ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਕਿ ਕਿਆ ਬਸ ਜਾਓ ਬਿਖ ਦੇ ਮਹਤਾਰੀ। ਜਦੋਂ ਬੱਚੇ ਬੇਬਸ ਬੱਚੇ ਨੂੰ ਮਾਂ ਜ਼ਹਿਰ ਦੇਣ ਤੇ ਤੁੱਲ ਜਾਵੇ ਤੇ ਉਹਨੂੰ ਕੌਣ ਬਚਾ ਸਕਦਾ? ਸਾਡਾ ਅੱਜ ਵਾਲੀ ਵਾਰਸ ਕੋਈ ਨਹੀਂਗਾ। ਇਹ ਸਾਰੇ ਸਾਨੂੰ ਝੂਠ ਬੋਲ ਕੇ ਸਰਕਾਰਾਂ ਦੀ ਤਾਕਤ ਲੈਣ ਵਾਲੇ ਨੇ। ਜਿਹੜਾ ਮਦਈ ਆ ਸਾਡਾ, ਉਹ ਅਕਾਲੀ ਦਲ ਹੋਣਾ ਚਾਹੀਦਾ ਸੀ। ਉਹ ਪਰਿਵਾਰ ਦਾ ਦਲ ਬਣ ਗਿਆ, ਜਿਹੜਾ ਇੱਕ ਕੌਮ ਦੀ ਜਥੇਬੰਦੀ ਸੀ, ਕੌਮੀ ਜਥੇਬੰਦੀ ਸੀ, ਜਿਹੜੀ ਜਥੇਬੰਦੀ ਪ੍ਰਬੰਧਕ ਕਮੇਟੀ ਨੂੰ ਸਪੋਰਟ ਕਰਨ ਲਈ ਬਣੀ ਸੀ, ਨਾ ਕਿ ਸਤਾ ਨੂੰ ਹਾਸਲ ਕਰਨ ਲਈ। ਅੱਜ ਜਿਹੜਾ ਸਤਾ ਨੂੰ ਹਾਸਲ ਕਰਕੇ ਜਿਹੜਾ ਖੂਨ ਮੋਹ ਨੂੰ ਲੱਗ ਗਿਆ ਨਾ, ਉਹ ਕਮੇਟੀ ਨੂੰ ਵੀ ਖਾ ਗਿਆ, ਅਕਾਲ ਤਖਤ ਨੂੰ ਵੀ ਖਾ ਗਿਆ। ਅਸੀਂ ਇਸੇ ਕਰਕੇ ਖੁਆਰ ਹੋ ਰਹੇ ਜੀ। ਭਾਈ ਸਾਹਿਬ, ਸਿੱਖਾਂ ਦੇ ਜਿਹੜੇ ਸਿੱਖ ਨੇ, ਖਾਸ ਕਰਕੇ ਜੇ ਅਸੀਂ ਕਥਾਵਾਚਕਾਂ ਦੀ ਗੱਲ ਕਰ ਲਈਏ, ਇਹ ਜਿਹੜੇ ਵੀ ਸਿੱਖ ਰਹਿਤ ਮਰਿਆਦਾ ਨੂੰ ਲੈ ਕੇ ਤੁਰੇ ਹੋਏ ਹੈ, ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਹੈਗੇ ਉਹ ਸਿੱਖ ਜਿਹੜਾ ਹੁੰਦੇ ਆ ਉਸ ਤਰੀਕੇ ਨਾਲ ਨਹੀਂ ਦਿਖਾਈ ਦੇ ਰਹੇ। ਔਰ ਜੇ ਗੱਲ ਵੈਸੇ ਵੀ ਕਰੀਏ ਤੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਜਹਾਜ਼ ਭਰ ਕੇ ਬਾਹਰ ਜਾ ਰਹੇ ਨੇ, ਇੱਥੇ ਕੋਈ ਟਿਕ ਨਹੀਂ ਰਿਹਾ। ਤੇ ਜਿਹੜੇ ਮਾਈਗ੍ਰੇਟਡ ਲੋਕ ਨੇ, ਦੂਜੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਵਸ ਰਹੇ ਨੇ, ਮੋਟੇ ਤੌਰ ਤੇ ਅੱਗੇ ਐਵੇਂ ਦਾ ਪੰਜਾਬ ਵੀ ਦਿਖ ਰਿਹਾ। ਜੇ ਉਸਦੇ ਨਾਲ ਹੀ ਅਸੀਂ ਜੇ ਗੱਲਬਾਤ ਕਰੀਏ ਤੇ ਇੱਧਰ ਇਸ ਤਰੀਕੇ ਦਾ ਜਿਹੜਾ ਇੱਕ ਵਹਾਅ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਨਸ਼ੇ ਦਾ ਮੁੱਦਾ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀ, ਕਿਉਂਕਿ ਤੁਸੀਂ ਆਪਣੀ ਜਿਹੜੀ ਜਥੇਬੰਦੀ ਹੈਗੀ ਹੈ ਇਹਦੇ ਲਈ ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਲੋਕਾਂ ਨਾਲ ਮਿਲਦੇ ਹੋ। ਡੈਫੀਨੇਟਲੀ ਧਰਮ ਦੀਆਂ ਗੱਲਾਂ ਤੇ ਜਿਹੜੀ ਤੁਸੀਂ ਕਲੀਅਰ ਲੈ ਕੇ ਚੱਲ ਰਹੇ ਹੋ ਮਤ, ਉਸ ਦੀਆਂ ਗੱਲਾਂ ਤਾਂ ਹੁੰਦੀਆਂ ਹੀ ਹੋਣਗੀਆਂ, ਪਰ ਉਸ ਦੇ ਬਾਵਜੂਦ ਲੋਕ ਆਪਣੀਆਂ ਗੱਲਾਂ, ਆਪਣੇ ਜਿਹੜੇ ਮੁੱਦੇ ਨੇ ਉਹ ਵੀ ਕਿਤੇ ਨਾ ਕਿਤੇ ਡਿਸਕਸ ਜ਼ਰੂਰ ਕਰਦੇ ਹੋਣਗੇ। ਦੇਖੋ, ਇੱਕ ਤਾਂ ਸਾਡੇ ਸਿੱਖ ਬੱਚਿਆਂ ਲਈ ਨੌਕਰੀਆਂ ਪੰਜਾਬ ਸਰਕਾਰ ਨੇ ਖਤਮ ਕਰਤੀਆਂ। ਨੌਕਰੀਆਂ ਹੈ ਨਹੀਂ ਇੱਥੇ, ਕੋਈ ਸਾਰਥਕ ਧੰਦਾ ਨਹੀਂ ਹੈਗਾ ਜਿਹਨੂੰ ਅਪਣਾ ਕੇ ਸਿੱਖ ਬੱਚੇ ਜਿਹੜੇ ਜਾਂ ਨੌਕਰੀ ਨਹੀਂ ਮਿਲੀ ਤੇ ਉਹ ਧੰਦਾ ਕਰ ਲੈਣ। ਇੱਥੇ ਹਰੇਕ ਨੂੰ ਲੱਗਦਾ ਹੈ ਕਿ ਅਸੀਂ 40-50 ਲੱਖ ਰੁਪਈਆ 2 ਕਿੱਲੇ ਵੀ ਜ਼ਮੀਨ ਵੇਚ ਕੇ ਤੇ ਬਾਹਰ ਚਲੇ ਜਾਈਏ ਤੇ ਉੱਥੇ ਮਿਹਨਤ ਕਰਾਂਗੇ, ਰੋਜੀ ਰੋਟੀ ਕਮਾ ਲਾਂਗੇ। ਤੇ ਇਹ ਇੱਕ ਉਦਮ ਆ, ਉਪਰਾਲਾ ਆ ਆਪਣੀ ਉਪਜੀਵਕਾ ਲਈ। ਜਿਨ੍ਹਾਂ ਦੇ ਕੋਲੇ ਪੈਸੇ ਹੀ ਹੈ ਨਹੀਂਗੇ, ਉਹ ਨਸ਼ਿਆਂ 'ਚ ਵੀ ਬਰਬਾਦ ਹੋ ਰਹੇ ਨੇ ਤੇ ਬੇਬਸ ਨੇ ਗੁਰਬਤ ਦੀ ਜ਼ਿੰਦਗੀ ਜਿਉਣ ਲਈ।
ਅਸੀਂ ਇਹੀ ਦੇਖਿਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਗੁਰਬਤ ਉਹਦੀ ਵਜ੍ਹਾ ਨਾਲ ਸਾਡੀ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੋਈ। ਅਸੀਂ ਇਹ ਵੀ ਦੇਖਿਆ ਕਿ ਜਿਹੜੀ ਸਰਕਾਰ ਨੂੰ, ਜਿਹੜੀ ਪਾਰਟੀ ਨੂੰ ਇਹ ਦਰਦ ਹੋਣਾ ਚਾਹੀਦਾ ਸੀ ਕਿ ਅੱਜ ਸਾਡਾ ਚੰਡੀਗੜ੍ਹ ਆ, ਉਹਦੇ ਵਿੱਚ ਮਲਟੀ ਸਟੋਰੀ ਬਿਲਡਿੰਗਾਂ ਬਣ ਗਈਆਂ, ਉਹਦੇ ਵਿੱਚ ਬਹੁਤ ਸਾਰਾ ਪ੍ਰਵਾਸੀ ਲੋਕ ਸੀ, ਉਹਨਾਂ ਨੂੰ ਇੱਕ ਸਥਿਰ ਕਰਨ ਲਈ, ਉਹਨਾਂ ਦੀ ਵੋਟ ਪੱਕੀ ਕਰਨ ਲਈ, ਇੱਥੇ ਗਿਣਤੀ ਵਧਾਉਣ ਲਈ ਉਹਨਾਂ ਨੇ ਚੰਡੀਗੜ੍ਹ ਨੂੰ ਬਰਾਬਰ ਕਰ ਲਿਆ। ਸਾਡੀ ਗਿਣਤੀ ਘਟਦੀ ਜਾ ਰਹੀ, ਉਹਨਾਂ ਦੀ ਵੱਧਦੀ ਜਾ ਰਹੀ। ਪੰਜਾਬ 'ਚ ਵੀ ਸਾਡੀ ਗਿਣਤੀ ਘਟਦੀ ਜਾ ਰਹੀ ਆ, ਉਹਨਾਂ ਦੀ ਵੱਧਦੀ ਜਾ ਰਹੀ ਆ। ਸਾਨੂੰ ਕਿਸੇ ਦੇ ਇਤਰਾਜ਼ ਨਹੀਂ, ਜੇ ਕੋਈ ਆ ਕੇ ਮਿਹਨਤ ਕਰਦਾ ਹੈ ਸਾਡੀ ਸਟੇਟ ਦੇ ਵਿੱਚ ਤੇ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ। ਲੇਕਿਨ ਜਿਹੜਾ ਦਰਦ ਸੀ, ਜਿਹੜਾ ਇੱਕ ਪਾਰਟੀ ਨੂੰ ਇੱਕ ਚੇਤਨ ਹੋ ਕੇ ਦੇਖਣਾ ਚਾਹੀਦਾ ਵੀ ਸਾਡੀ ਤਾਕਤ ਨਾ ਘਟੇ, ਸਾਡੀ ਵੋਟ ਨਾ ਘਟੇ। ਅੱਜ ਸਾਡੇ ਪਿੰਡਾਂ ਦੇ ਵਿੱਚ ਵੋਟ ਬਹੁਤ ਘਟ ਰਹੀ ਹੈ ਕਿਉਂਕਿ ਜਵਾਨ ਬੱਚੇ ਜਿਹੜੇ ਇੱਕ ਦੋ ਸਾਡੇ ਬੱਚੇ ਨੇ ਉਹ ਆਸਟ੍ਰੇਲੀਆ ਤੇ ਕੈਨੇਡਾ ਵੱਲ ਨੂੰ ਉਹ ਮੂੰਹ ਕਰਕੇ ਬੈਠੇ ਆ ਤੇ ਜ਼ਮੀਨਾਂ ਵਿਕ ਰਹੀਆਂ ਨੇ। ਪਹਿਲਾਂ ਜ਼ਮੀਨਾਂ ਬਣਦੀਆਂ ਸੀ, ਕੋਈ ਬਾਹਰ ਜਾਂਦਾ ਸੀ ਤੇ ਕਹਿੰਦੇ ਸੀ ਇਹ ਬਾਹਰ ਗਿਆ ਬੱਚਾ ਇਹਨਾਂ ਦਾ ਤੇ ਤਾਂ ਇਹਨਾਂ ਦੀ ਕੋਠੀ ਏਡੀ ਵਧੀਆ। ਅੱਜ ਜ਼ਮੀਨਾਂ ਵਿਕ ਰਹੀਆਂ ਨੇ, ਫਿਰ ਬੱਚਾ ਬਾਹਰ ਜਾਂਦਾ ਤੇ ਉਹ ਕਈ ਸਾਲ ਲੱਗ ਜਾਂਦੇ ਉਹਨੂੰ ਆਪਣਾ ਕਰਜ਼ਾ ਲਾਉਂਦਿਆਂ ਨੂੰ, ਸੈਟਲ ਹੁੰਦਿਆਂ ਨੂੰ, PR ਲੈਂਦਿਆਂ ਨੂੰ। ਉਹਦੀ ਜ਼ਿੰਦਗੀ ਜਿਹੜੀ ਹੈ ਲੇਟ ਹੁੰਦੀ ਜਾਂਦੀ ਹੈ ਤੇ ਉਹਦੇ ਬਾਅਦ ਫਿਰ ਮਾਂ ਪਿਓ ਨੂੰ ਵੀ ਵੀਜ਼ਾ ਮਿਲ ਜਾਂਦਾ ਤੇ ਅਸੀਂ ਇੱਥੇ ਆਪਣੀ ਜਿਹੜੀ ਹੋਂਦ ਗਵਾ ਰਹੇ। ਇਹਦੇ ਲਈ ਵੀ ਜ਼ਿੰਮੇਵਾਰ ਸਾਡੀ ਉਹ ਪਾਰਟੀ ਸੀ ਜਿਹੜੀ ਪਾਰਟੀ ਨੂੰ ਲਗਾਤਾਰ ਤਾਕਤ ਦਿੱਤੀ ਪਾਰਟੀ ਦੇ ਤੌਰ ਤੇ ਸਿੱਖਾਂ ਨੇ। ਉਹ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਨੇਸ ਤੋਂ ਅਨੁਬੋਧ ਕਰਤਾ, ਨਾਲ ਆਪ ਵੀ ਹੋ ਗਿਆ, ਨਾਲ ਕੌਮ ਨੂੰ ਕਰ ਗਿਆ। ਜੀ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿ ਜੇ ਅਸੀਂ ਗੱਲ ਕਰੀਏ ਤਾਂ ਬਾਹਰ NRIs ਬੈਠੇ ਹੋਏ ਆ, ਕਿਉਂਕਿ ਜੇ ਸਿਆਸੀ ਧਿਰਾਂ ਨੂੰ ਦੇਖੀਏ ਉਹ ਹਮੇਸ਼ਾ ਆਪਣੇ ਆਪ ਦੀ ਸਟੇਬਿਲਿਟੀ ਲਿਆਉਣ ਵਾਸਤੇ, ਸਥਿਰਤਾ ਲਿਆਉਣ ਵਾਸਤੇ, ਸਿਆਸੀ ਆਪਣੀ ਜ਼ਮੀਨ ਨੂੰ ਪੱਕਾ ਕਰਨ ਵਾਸਤੇ ਹਮੇਸ਼ਾ NRIs ਜਿਹੜੇ ਨੇ ਬਾਹਰ ਬੈਠੇ ਪੰਜਾਬੀਆਂ ਨੂੰ ਆਵਾਜ਼ ਮਾਰਦੀਆਂ ਨੇ, ਕਿਉਂਕਿ ਡੈਫੀਨੇਟਲੀ ਉੱਥੇ ਜਾ ਕੇ ਉਹਨਾਂ ਕੋਲ ਧਨ ਜਾਂ ਚੀਜ਼ਾਂ ਹੁੰਦੀਆਂ ਨੇ ਤੇ ਉਹ ਸਪੋਰਟ ਕਰ ਸਕਦੇ ਨੇ, ਹਰ ਵਾਰ ਹਿਮਾਇਤ ਮੰਗਦੀਆਂ ਨੇ। ਤੁਸੀਂ ਹਿਮਾਇਤ ਮੰਗੀ ਹੈ ਕੋਈ ਉਹਨਾਂ ਤੋਂ, ਜਾਂ ਤੁਹਾਡੇ ਨਾਲ ਕਿੰਨੇ ਕਨੈਕਟਡ ਨੇ ਜਿਹੜੇ NRIs? ਦੇਖੋ NRI ਮੇਰਾ ਨਾ ਜੀ ਰਾਹ ਰੋਕਿਆ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬਹੁਤ ਲੰਬੇ ਸਮੇਂ ਤੋਂ। ਇਹਨੇ ਅੰਬੈਸੀਆਂ ਦੇ ਵਿੱਚ ਆਪਣੀਆਂ ਇੰਟੈਲੀਜੈਂਸੀ ਤੋਂ ਲਿਖਵਾ ਕੇ ਚਿੱਠੀਆਂ ਪਵਾਈਆਂ ਨੇ ਕਿ ਰਣਜੀਤ ਸਿੰਘ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ। ਮੈਨੂੰ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਇਹਨਾਂ ਦੇਸ਼ਾਂ 'ਚ ਨਹੀਂ ਜਾਣ ਦਿੱਤਾ ਜਾਂਦਾ, ਇਹਨਾਂ ਦਾ ਵੀਜ਼ਾ ਨਹੀਂ ਮਿਲਦਾ ਮੈਨੂੰ। ਹਾਲਾਂਕਿ ਜਿਹੜਾ ਸਜ਼ਾ ਦਾ ਬਹਾਨਾ ਬਣਾਉਂਦੇ, ਉਹ ਸਜ਼ਾ ਦੀ ਹਰੇਕ ਦੇਸ਼ ਦੇ ਵਿੱਚ ਆਪਣੀ ਇੱਕ ਵੈਲਿਊ ਹੁੰਦੀ ਆ। ਜਦੋਂ ਇੰਡੀਆ ਦੇ ਵਿੱਚੋਂ ਕੋਈ ਉਮਰ ਕੈਦੀ ਬਾਹਰ ਆਉਂਦਾ ਹੈ ਤੇ ਉਹਨੂੰ 6 ਸਾਲ ਲਈ ਉਹਦਾ ਪਾਸਪੋਰਟ ਨਹੀਂ ਮਿਲਦਾ, ਉਹ ਇਲੈਕਸ਼ਨ ਨਹੀਂ ਲੜ ਸਕਦਾ, ਉਹਨੂੰ ਆਰਮਡ ਲਾਇਸੈਂਸ ਨਹੀਂ ਮਿਲ ਸਕਦਾ। ਪਰ ਮੈਨੂੰ ਤੇ ਰਾਸ਼ਟਰਪਤੀ ਨੇ ਜਦੋਂ ਮੂਲੋਂ ਹੀ ਬਾਕੀ ਸਾਰਾ ਕੁਛ ਅੱਜ ਤੋਂ ਬਾਅਦ ਖਤਮ ਇਹ ਲਿਖ ਦਿੱਤਾ ਤੇ ਮੈਨੂੰ ਤੇ ਪਾਸਪੋਰਟ ਵੀ ਮਿਲਿਆ, ਮੈਨੂੰ ਆਰਮਡ ਲਾਇਸੈਂਸ ਵੀ ਮਿਲਿਆ। ਇਲੈਕਸ਼ਨ ਮੈਂ ਆਪਣੀ ਮਰਜ਼ੀ ਨਾਲ ਨਹੀਂ ਲੜੀ। ਪਰ ਦੂਸਰੀਆਂ ਸਟੇਟਾਂ ਦੇ ਵਿੱਚ ਕਿਤੇ 7 ਸਾਲ ਆ, ਕਿਤੇ 10 ਸਾਲ ਹੋਣਗੇ, ਪਰ ਮੈਨੂੰ ਤੇ 25 ਸਾਲ ਹੋ ਗਏ ਬਾਹਰ ਆਇਆ ਨੂੰ, 23-24 ਸਾਲ ਹੋ ਗਏ। ਪਰ ਕੋਈ ਵੀ ਸਰਕਾਰ ਜਿਹੜੀ ਆ ਉਹ ਮੇਰਾ ਰਾਹ ਰੋਕ ਰਹੀ ਆ ਮੈਨੂੰ ਬਾਹਰ ਜਾਣ ਤੋਂ। ਜਿੰਨਾ ਚਿਰ ਫੇਸ ਟੂ ਫੇਸ ਤੁਸੀਂ ਕਿਸੇ ਨੂੰ ਮਿਲਦੇ ਨਹੀਂ, ਉਨੀ ਦੇਰ ਤੱਕ ਇਹ ਸਕੀਮਾਂ ਨਹੀਂ ਬਣਦੀਆਂ, ਉਨੀ ਦੇਰ ਤੱਕ ਇਹ ਹੈਲਪ ਨਹੀਂ ਹੁੰਦੀ। ਹਾਂ ਬਹੁਤ ਲੋਕ ਨੇ ਜਿਹੜੇ ਵਿਚਾਰੇ ਮੈਨੂੰ 99 ਤੋਂ ਮੇਰੀ ਹੈਲਪ ਕਰਦੇ ਆ ਰਹੇ ਆ, ਜਿੰਨੀ ਕੁ ਉਹਨਾਂ ਦੀ ਸਮਰੱਥਾ, ਜਿੰਨਾ ਕੁ ਉਹਨਾਂ ਦਾ ਦਸਵੰਧ ਹੁੰਦਾ, ਅਤੇ ਉਸ ਹੈਲਪ ਨਾਲ ਮੈਂ ਆਪਣੇ ਆਪ ਨੂੰ ਇੰਨਾ ਸਥਿਰ ਕੀਤਾ ਹੋਇਆ ਕਿ ਮੈਂ ਲੋਕਾਂ 'ਚ ਜਾ ਕੇ ਆਪਣੀ ਕਾਲ 'ਚ ਤੇਲ ਪਵਾ ਕੇ ਤੇ ਜਾ ਕੇ ਹੋਕਾ ਦੇ ਕੇ ਗੱਲ ਕਰ ਸਕਾਂ। ਜਿੰਨਾ ਕਿ ਮੈਨੂੰ ਰਾਹ ਮਿਲਦਾ ਮੈਂ ਉਹਨਾਂ ਤੁਰਿਆ ਜਾਂਦਾ। ਮੈਂ ਬਹੁਤੀ ਹਾਏ ਤੋਬਾ ਨਹੀਂ ਕਰਦਾ ਕਿਉਂਕਿ ਜਿੱਥੇ ਪ੍ਰਮਾਤਮਾ ਰੱਖੇ ਉੱਥੇ ਕਿ ਰਹਿਣਾ ਚਾਹੀਦਾ। ਜੀ ਜੀ, ਕੀ ਸੰਦੇਸ਼ ਦੇਣਾ ਚਾਹੋਗੇ ਆਖਿਰ 'ਚ ਤੁਸੀਂ? ਮੈਂ ਇਹੀ ਗੁਜ਼ਾਰਿਸ਼ ਕਹੂੰਗਾ, ਬੇਨਤੀ ਕਹੂੰਗਾ, ਜੋਦੜੀ ਕਹੂੰਗਾ ਸਿੱਖ ਕੌਮ ਨੂੰ ਕਿ ਸਿੱਖ ਕੌਮ ਦੇ ਕੋਲ ਇੱਕ ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ ਆ, ਉਹ ਮੇਰੀ ਪੀਰ ਦਾ ਕਨਸੈਪਟ ਅਕਾਲ ਤਖਤ ਆ, 10ਮ ਪਾਤਸ਼ਾਹ ਦਾ ਸਿਧਾਂਤ ਆ, ਪੰਥ ਤੇ ਗ੍ਰੰਥ। ਇਹ ਦੋਵੇਂ ਅੱਜ ਨਗੋਰੇ, ਨਾਪਾਕ, ਨਾਅਹਿਲ ਸਿੱਖਾਂ ਦੇ ਹੱਥ 'ਚ ਨੇ ਤੇ ਕਬਜ਼ੇ 'ਚ ਨੇ। ਇੱਥੇ ਉਹ ਪਾਤਸ਼ਾਹੀ ਜਿਹੜੀ ਸੁਤੰਤਰ ਪਾਤਸ਼ਾਹੀ ਸੀ, ਜਿਹੜੀ ਪਾਤਸ਼ਾਹੀ ਮਾਲਕ ਸੀ ਸਾਡੀ ਕੌਮ ਦੀ, ਜਿਹੜੀ ਸਰਪ੍ਰਸਤੀ ਕਰ ਸਕਦੀ ਸੀ, ਉਹ ਪਾਤਸ਼ਾਹੀ ਇਹਨਾਂ ਨੇ ਖਤਮ ਕਰ ਦਿੱਤੀ ਹੈ। ਇੱਕ ਜਿਹੜਾ ਅਦਾਰਾ ਸੀ ਪ੍ਰਬੰਧਕ ਕਮੇਟੀ, ਬਹੁਤ ਵੱਡਾ ਅਦਾਰਾ, ਜਿਹੜੇ ਸਾਡੀ ਕੌਮ ਦਾ ਬੇਸ ਸੀ, ਜਿਹੜੀ ਸਾਡੀ ਬੱਚਿਆਂ ਦੀ ਇੱਕ ਆਸ ਸੀ, ਉਹ ਅਦਾਰਾ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਵੇਚਣ ਤੇ ਤੁਲਿਆ ਹੋਇਆ। ਅਜੇ 23 ਸਤੰਬਰ ਦੀ ਅਖਬਾਰ ਮੈਂ ਸਿੱਖਾਂ ਨੂੰ ਦਿਖਾਈ, 24 ਸਤੰਬਰ ਨੂੰ ਕਿਹਾ ਦੇਖੋ ਪ੍ਰਧਾਨ ਜਿਹੜਾ ਉਹ ਨਿਲਾਮੀ ਦਾ ਨੋਟਿਸ ਦੇ ਰਿਹਾ। ਅੰਬ ਸਾਹਿਬ ਦੀ ਜ਼ਮੀਨ 11 ਏਕੜ ਜ਼ਮੀਨ ਉਹ ਨਿਲਾਮੀ ਦਾ ਨੋਟਿਸ ਦੇ ਰਿਹਾ ਕਿ ਇੰਨੀ ਤਰੀਕ ਨੂੰ 26 ਜਾਂ 27 ਤਰੀਕ ਨੂੰ ਨਿਲਾਮੀ ਹੋਊਗੀ। ਨਿਲਾਮੀ ਦੇਣ ਵਾਲੇ 50 ਲੱਖ ਦਾ ਡਰਾਫਟ ਜਿਹੜੇ ਆ ਉਹਨੂੰ ਦੇ ਦੇਣਾ ਮੈਨੇਜਰ ਨੂੰ। ਉਹ ਕਿਉਂ ਨਿਲਾਮ ਕਰ ਰਹੇ ਨੇ? ਕਿਉਂਕਿ ਉਹ 'ਚ ਪੈਸੇ ਬਣਦੇ ਨੇ। 11-11, 12-12 ਕਰੋੜ ਦਾ ਇੱਕ ਏਕੜ ਜ਼ਮੀਨ ਆ
ਤੇ ਉਹਦੇ ਵਿੱਚ ਇਹਨਾਂ ਨੇ ਕੌਡੀਆਂ ਦੇ ਭਾਅ ਪੁੱਢਾਂ ਨੂੰ ਦੇ ਕੇ ਜਾਂ ਹੋਰ ਜਿਹੜੇ ਲੈਣ ਵਾਲੇ ਉਹਨਾਂ ਨੂੰ ਦੇ ਕੇ ਤੇ ਆਪਣੇ ਢਿੱਡ ਭਰ ਲੈਣੇ ਸੀ। ਤੇ ਸਾਡੇ ਇਹਨਾਂ ਜਗ੍ਹਾ ਤੇ ਸਾਡੇ ਗਰੀਬ ਬੱਚੇ ਆਉਣੇ ਚਾਹੀਦੇ ਨੇ। ਇੱਥੇ ਕੰਪਲੈਕਸ ਬਣਨਾ ਚਾਹੀਦਾ ਜਿੱਥੇ ਗਰੀਬ ਬੱਚੇ ਆ ਕੇ ਪੜ੍ਹ ਸਕਣ, ਫਰੀ ਰਹਿ ਸਕਣ, ਗੁਰਦੁਆਰਾ ਸਾਹਿਬ ਤੋਂ ਲੰਗਰ ਮਿਲ ਸਕੇ, ਗਰੀਬ ਬੱਚੇ ਆਪਣੀ ਨੌਕਰੀ ਰੋਜੀ ਰੋਟੀ ਲਈ ਭਾਲ ਲਈ ਇੱਥੇ ਧੱਕੇ ਨਾ ਖਾਣ, ਜਿਹੜੇ PGI ਆਉਂਦੇ ਨੇ ਮਰੀਜ਼ ਉਹ ਧੱਕੇ ਨਾ ਖਾਣ। ਅੱਜ ਜਿਹੜੀ ਇੱਕ ਕਲਗੀਧਰ ਨਿਵਾਸ ਜਿਹੜੀ ਬਣੀ ਸੀ ਇਸੇ ਕਰਕੇ 28 ਕਮਰੇ ਬਣੇ ਸੀ। ਅੱਜ ਉਹਨਾਂ 'ਚ ਬਾਦਲਾਂ ਦੀ ਪੁਲਿਸ ਰਹਿੰਦੀ ਹੈ, ਬਾਡੀਗਾਰਡ ਰਹਿੰਦੇ ਨੇ, ਬਾਡੀਗਾਰਡ ਵੀ ਇਹਨਾਂ ਦੇ ਹਜ਼ਾਰ ਨੇ ਜੀ। ਕੀ ਕਰੋਗੇ? ਇੱਕ ਮਹਿਤਾਬ ਕੌਰ ਨਾਂ ਦੀ ਸਰਾਂ ਹੈਗੀ ਆ ਅੰਮ੍ਰਿਤਸਰ, ਉਹਦੇ 'ਚ ਮਜੀਠੀਆ ਤੋਂ ਉਹਦੀ ਭੈਣ ਦੇ ਬਾਡੀਗਾਰਡ ਰਹਿੰਦੇ ਨੇ ਜੀ। ਸਿੱਖ ਕਿੱਥੇ ਰਹਿਣ? ਜਿੰਨੀ ਦੇਰ ਤੱਕ ਤੁਸੀਂ ਚੇਂਜ ਨਹੀਂ ਲਿਆਉਂਦੇ ਉਨੀ ਦੇਰ ਤੱਕ ਅਸੀਂ ਕੁਝ ਨਹੀਂ ਕਰ ਸਕਦੇ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਪ੍ਰਭਾਵ ਬਣਾਓ, ਕਮਾਂਡਰ ਬਣੋ, ਸਾਡੀ ਸਪੋਰਟ ਤੇ ਖੜੇ ਹੋ, ਅਸੀਂ ਇਹ ਕਮੇਟੀ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸੀਗੇ ਸਾਡੇ ਨਾਲ ਪ੍ਰਧਾਨ ਅਕਾਲੀ ਦਲ ਅਕਾਲੀ ਲਹਿਰ ਦੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜੀ। ਉਹਨਾਂ ਨੇ ਸਾਡੇ ਨਾਲ ਬੜੇ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕੁਝ ਅਪੀਲ ਵੀ ਕੀਤੀ ਹੈ ਤੇ ਕੁਝ ਦਲੀਲ ਵੀ ਦਿੱਤੀ ਹੈ। ਔਰ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਪੰਜਾਬ ਵਿੱਚ ਰਹਿੰਦੇ ਸਿੱਖਾਂ ਨੂੰ ਤੇ ਬਾਹਰ ਰਹਿੰਦੇ ਸਿੱਖਾਂ ਨੂੰ ਵੀ ਕੁਝ ਅਪੀਲਾਂ ਕੀਤੀਆਂ, ਪਰ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹੋਰ ਵੀ ਸੁਹਿਰਦ ਬਣਾਉਣ ਲਈ ਸੁਹਿਰਦ ਹੋਣਾ ਬਹੁਤ ਜ਼ਰੂਰੀ ਹੋਵੇਗਾ ਤੇ ਸਹੀ ਲੀਡਰ ਜਿਹੜੇ ਹੈਗੇ ਆ ਉਹ ਲੈ ਕੇ ਆਉਣੇ ਪੈਣਗੇ, ਚਾਹੇ ਗੱਲ ਧਰਮ ਦੀ ਹੋਵੇ ਜਾਂ ਫਿਰ ਚਾਹੇ ਗੱਲ ਸੂਬੇ ਦੀ ਹੋਵੇ। ਮੇਰੇ ਨਾਲ ਕੈਮਰਾ ਟੀਮ 'ਚ ਸੀਗੇ ਸਰਬਜੀਤ ਸਿੰਘ ਤੇ ਮੈਨੂੰ ਤੇ ਮੇਰੇ ਕੈਮਰਾਮੈਨ ਨੂੰ ਹੁਣ ਦਿਓ ਇਜਾਜ਼ਤ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ। ਤਾਂ ਤੱਕ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।